ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋਅ, ਜਿਸ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਗੱਲਾਂ ਕਰਾਂਗੇ ਢੇਰ ਸਾਰੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ। ਜਿਹੜੇ ਸਟੂਡੈਂਟਸ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਨੇ, ਉਹਨਾਂ ਦੇ ਹਰ ਸਵਾਲ ਦਾ ਜਵਾਬ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ। ਤੇ ਅੱਜ ਖਾਸ ਤੌਰ ਤੇ ਅਸੀਂ ਜਿਨ੍ਹਾਂ ਨੂੰ ਇਸ ਸ਼ੋਅ ਦੇ ਵਿੱਚ ਬੁਲਾਇਆ ਹੈ, ਉਹ ਕਾਫੀ ਟਾਈਮ ਤੋਂ ਸਟੂਡੈਂਟਸ ਨੂੰ ਅਵੇਅਰ ਕਰਦੇ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਅਪਲਾਈ ਕੀਤਾ ਜਾਵੇ, ਕਿਵੇਂ ਤੁਸੀਂ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਅਪਲਾਈ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਵਾਉਣਾ ਚਾਹੂੰਗੀ ਜੀ ਈਜ਼ੀ ਵੇ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਲਵਿਸ਼ ਮਹਾਜਨ ਜੀ ਨਾਲ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਕਿ ਤੁਸੀਂ ਆਪਣੀ ਜੋ ਨਵੀਂ ਕੰਪਨੀ ਈਜ਼ੀ ਵੇ ਇਮੀਗ੍ਰੇਸ਼ਨ ਦੇ ਤੌਰ ਤੇ ਇੱਥੇ ਪਹੁੰਚੇ ਹੋ, ਕਿਉਂਕਿ ਪਹਿਲਾਂ ਤੁਸੀਂ ਹੋਰ ਕਈ ਕੰਪਨੀਜ਼ ਦੇ ਲਈ ਜੋ ਹੈ ਇਸ ਤਰੀਕੇ ਦੇ ਅਵੇਅਰਨੈਸ ਦਿੰਦੇ ਰਹੇ ਹੋ ਸਟੂਡੈਂਟਸ ਨੂੰ ਕਿ ਉਹ ਕਿਸ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਅਪਲਾਈ ਕਰਨ। ਸੋ ਸਭ ਤੋਂ ਪਹਿਲਾਂ ਆਪਾਂ ਕਿਉਂ ਨਾ ਤੁਹਾਡੀ ਕੰਪਨੀ ਬਾਰੇ ਹੀ ਜਾਣ ਲਈਏ, ਤਾਂ ਕਿ ਜਿਹੜੇ ਵੀ ਦਰਸ਼ਕ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਉਹ ਤੁਹਾਡੀ ਕੰਪਨੀ ਬਾਰੇ ਹੋਰ ਜਾਣ ਸਕਣ ਕਿ ਕਿਸ ਮੋਟਿਵ ਦੇ ਨਾਲ ਤੁਸੀਂ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਹੈ ਤੇ ਕਿਹੜੇ ਐਥਿਕਸ ਦੇ ਉੱਪਰ ਤੁਸੀਂ ਜੋ ਹੈ ਕੰਮ ਕਰੋਗੇ ਤਾਂ ਕਿ ਤੁਸੀਂ ਬਾਕੀ ਕੰਪਨੀ ਤੋਂ ਡਿਫਰੈਂਟ ਲੱਗ ਸਕੋ। ਜੀ ਬਿਲਕੁਲ ਮੈਮ, ਜੇਕਰ ਮੈਂ ਗੱਲ ਕਰਾਂ ਈਜ਼ੀ ਵੇ ਇਮੀਗ੍ਰੇਸ਼ਨ ਦੀ, ਬੀਇੰਗ ਐਜ਼ ਅ ਡਾਇਰੈਕਟਰ ਇਸ ਕੰਪਨੀ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਸੈਕਟਰ 40C ਚੰਡੀਗੜ੍ਹ ਦੇ ਵਿੱਚ ਕੰਪਨੀ ਦਾ ਆਫਿਸ ਹੈਗਾ। ਐਥਿਕਸ ਬੀਇੰਗ ਐਜ਼ ਅ ਕੰਸਲਟੈਂਟ ਮੇਰੀ ਇੱਕ ਡਿਊਟੀ ਬਣਦੀ ਹੈ ਕਿ ਮੈਂ ਬੱਚਿਆਂ ਨੂੰ ਸਹੀ ਢੰਗ ਨਾਲ ਗਾਈਡ ਕਰਾਂ ਕਿ ਤੁਸੀਂ ਕਿੱਦਾਂ ਦਾ ਕੋਰਸ ਲੈਣਾ ਹੈ, ਕਿਹੜਾ ਕਾਲਜ ਲੈਣਾ ਹੈ, ਈਵਨ ਕਿ ਤੁਸੀਂ ਕਿਹੜੀ ਕੰਟਰੀ ਵਾਸਤੇ ਐਲੀਜੀਬਲ ਹੋ। ਜੇਕਰ ਆਪਾਂ ਵੇਖੀਏ ਤਾਂ ਹਰ ਬੱਚੇ ਦੇ ਮਨ ਦੇ ਵਿੱਚ ਇੱਕ ਪਰਟੀਕੂਲਰ ਕੰਟਰੀ ਹੁੰਦੀ ਹੈ ਜਿਹਦੇ ਵਿੱਚ ਕੈਨੇਡਾ ਸਭ ਤੋਂ ਉੱਤੇ ਹੈਗਾ। ਲੇਕਿਨ ਕਾਫੀ ਕੇਸਿਸ ਦੇ ਵਿੱਚ ਹੁੰਦਾ ਕਿ ਬੱਚਾ ਕੈਨੇਡਾ ਵਾਸਤੇ ਐਲੀਜੀਬਲ ਨਹੀਂ ਹੈ, ਬਟ ਵਨਸ ਟਰਾਈ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਉਹਨੂੰ ਟਰਾਈ ਕਰਨਾ ਚਾਹੀਦਾ ਜਾਂ ਨਹੀਂ। ਅਗਰ ਕਰਨਾ ਹੈ ਤਾਂ ਕਿੱਦਾਂ ਦਾ ਕਾਲਜ, ਕਿੱਦਾਂ ਦਾ ਕੋਰਸ ਲੈਣਾ ਹੈ ਅਤੇ ਆਪਣੀ ਡਾਕੂਮੈਂਟੇਸ਼ਨ ਕਿੱਦਾਂ ਕਰਨੀ ਹੈ। ਬਿਕੋਜ਼ ਕਿਸੇ ਕੰਸਲਟੈਂਟ ਨੇ ਤੁਹਾਨੂੰ ਵੀਜ਼ਾ ਲਿਆ ਕੇ ਨਹੀਂ ਦੇਣਾ, ਨਾ ਤੁਸੀਂ ਆਪ ਵੀਜ਼ਾ ਲੈਣ ਜਾਣਾ ਹੈ। ਵੀਜ਼ਾ ਜੋ ਤੁਹਾਡੀ ਫਾਈਲ ਹਾਈ ਕਮਿਸ਼ਨ ਦੇ ਅੱਗੇ ਪ੍ਰੈਜ਼ੈਂਟ ਹੋਣੀ ਐਮਬੈਸੀ ਦੇ ਅੱਗੇ, ਉਹਦੇ ਉੱਤੇ ਮਿਲਣਾ ਜੋ ਡਾਕੂਮੈਂਟੇਸ਼ਨ ਹੋਏਗੀ। ਅਤੇ ਮੇਰੀ ਬਿਲਕੁਲ ਕੋਸ਼ਿਸ਼ ਰਹੇਗੀ ਕਿ ਜੋ ਵੀ ਬੱਚਾ ਈਜ਼ੀ ਵੇ ਇਮੀਗ੍ਰੇਸ਼ਨ ਦੇ ਥਰੂ ਅਪਲਾਈ ਕਰੇਗਾ ਉਹਦੀ ਫਾਈਲ 100% ਜੈਨੂਅਨ ਤਰੀਕੇ ਨਾਲ ਇੱਕ ਪ੍ਰੋਪਰ ਡਾਕੂਮੈਂਟੇਸ਼ਨ ਹਾਈ ਕਮਿਸ਼ਨ ਦੇ ਅੱਗੇ ਰੱਖੀ ਜਾਵੇ, ਤਾਂ ਕਿ ਬੱਚਾ ਜੋ ਕੈਨੇਡਾ ਜਾਣ ਦਾ ਜਾਂ ਕਿਸੇ ਹੋਰ ਕੰਟਰੀ ਜਾਣ ਦਾ ਸੁਪਨਾ ਵੇਖਿਆ ਹੈ, ਈਜ਼ੀ ਵੇ ਉਸ ਸੁਪਨੇ ਨੂੰ ਪੂਰਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕੇ। ਜੀ ਜੀ ਬਿਲਕੁਲ। ਤੇ ਜਿਵੇਂ ਕਿ ਤੁਸੀਂ ਪਹਿਲਾਂ ਰੈਗੂਲਰਲੀ ਜੋ ਹੈ ਸਟੂਡੈਂਟਸ ਦੇ ਰੂਬਰੂ ਹੁੰਦੇ ਰਹਿੰਦੇ ਸੀ ਟੀਵੀ ਸ਼ੋਜ਼ ਦੇ ਜ਼ਰੀਏ ਵੀ, ਪਰ ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਬਿਲਕੁਲ ਨਹੀਂ ਦਿਖੇ ਕਿਤੇ ਵੀ। ਤਾਂ ਇਸ ਦੇ ਪਿੱਛੇ ਕੀ ਰੀਜ਼ਨ ਰਿਹਾ ਕਿ ਕਰੋਨਾ ਵਾਇਰਸ ਕਰਕੇ, ਲੋਕਡਾਊਨ ਕਰਕੇ ਕੁਝ ਚੀਜ਼ਾਂ ਰੁਕ ਗਈਆਂ ਜਾਂ ਕੁਝ ਖਾਸ ਵਜ੍ਹਾ ਸੀ ਇਸ ਪਿੱਛੇ? ਜੀ ਬਿਲਕੁਲ ਹਰਜੋਤ ਜੀ, ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਕਿ ਪਿਛਲੇ 3.5-4 ਮਹੀਨਿਆਂ ਤੋਂ ਮੈਂ ਬੱਚਿਆਂ ਨੂੰ ਮਿਲ ਨਹੀਂ ਪਾਇਆ, ਕੰਸਲਟ ਨਹੀਂ ਕਰ ਪਾਇਆ। ਇਨਫੈਕਟ ਇਸ ਦੌਰਾਨ ਕਾਫੀ ਬੱਚਿਆਂ ਨੇ ਫੇਸਬੁੱਕ ਰਾਹੀਂ, ਮੇਰੇ ਪਰਸਨਲ ਫੇਸਬੁੱਕ ਰਾਹੀਂ ਮੈਨੂੰ ਕੰਟੈਕਟ ਕੀਤਾ ਹੈ ਅਤੇ ਕਾਫੀ ਬੱਚਿਆਂ ਨੇ ਮੇਰੇ ਥਰੂ ਫਾਈਲਸ ਵੀ ਲਗਵਾਈਆਂ ਔਨਲਾਈਨ ਬਹਿ ਕੇ। ਅਤੇ ਮੈਂ ਕਿੱਥੇ ਸੀਗਾ ਲੋਕਡਾਊਨ ਹੋਣ ਤੋਂ ਬਾਅਦ, ਖੁੱਲ੍ਹਣ ਤੋਂ ਬਾਅਦ, ਜਦੋਂ ਲੋਕਡਾਊਨ ਖੁੱਲ੍ਹਿਆ ਹੈ, ਇਮੀਗ੍ਰੇਸ਼ਨ ਪ੍ਰੋਸੈਸ ਬਹੁਤ ਚੇਂਜ ਹੋਇਆ ਹੈ। ਮੋਸਟ ਆਫ ਦਾ ਥਿੰਗਸ ਔਨਲਾਈਨ ਹੋ ਗਈਆਂ। ਜਿਵੇਂ ਨੋਨ STS ਪਹਿਲਾਂ ਪੇਪਰ ਫਾਈਲ ਜਾਂਦੀ ਸੀ, ਹੁਣ ਸਾਰਾ ਕੁਛ ਔਨਲਾਈਨ ਜਾਂਦਾ ਹੈ। CAQ ਪੇਪਰ ਕੋਰੀਅਰ ਜਾਂਦਾ ਸੀ, ਹੁਣ ਅਰੀਮਾ ਪੋਰਟਲ ਦੇ ਥਰੂ ਜਾਂਦਾ ਹੈ। ਤਾਂ ਡਿਫਰੈਂਟ ਕੰਟਰੀਜ਼ ਦੇ ਵਿੱਚ ਜੋ ਪ੍ਰੋਸੈਸਿਸ ਚੇਂਜ ਹੋਏ ਹੈ, ਕੀ ਸਕਸੈਸ ਰੇਟ ਰਹਿਣਾ ਹੈ, ਤਾਂ ਕਿੱਦਾਂ ਆਪਾਂ ਅਪਲਾਈ ਕਰਨਾ ਹੈ, ਕਿੱਦਾਂ ਬੱਚਿਆਂ ਨੂੰ ਉੱਧਰ ਪਹੁੰਚ ਕੇ ਪੜ੍ਹਾਈ ਕਰਨੀ ਹੈ, ਇੱਧਰ ਔਨਲਾਈਨ ਕਰਨੀ ਹੈ ਜਾਂ ਫਿਜ਼ੀਕਲ ਕਲਾਸਿਸ ਦੇ ਵਿੱਚ ਲਗਾਉਣੀ ਹੈ, ਸਾਰੇ ਪ੍ਰੋਸੈਸਿਸ ਦੇ ਵਿੱਚ ਡਿਫਰੈਂਟ ਕੰਟਰੀ ਦੇ ਡਿਫਰੈਂਟ ਰਿਸਪੈਕਟਿਵ ਜੋ ਇਮੀਗ੍ਰੇਸ਼ਨ ਲਾਇਰ ਸੀਗੇ, ਆਪਾਂ ਸਾਰੇ ਬਹਿ ਕੇ ਚਰਚਾ ਕਰਦੇ ਸੀ। ਉਹਨਾਂ ਨੇ ਮੈਨੂੰ ਹੋਰ ਨਵੇਂ ਅਪਡੇਟਸ ਦੇ ਬਾਰੇ ਟ੍ਰੇਨ ਕੀਤਾ ਹੈ ਅਤੇ ਫਿਰ ਉਸ ਸਾਰੀ ਟ੍ਰੇਨਿੰਗ ਤੋਂ ਬਾਅਦ ਨਵੇਂ ਅਪਡੇਟਸ ਲੈ ਕੇ, ਨਵੀਂ ਨੌਲੇਜ, ਨਵੇਂ ਪ੍ਰੋਸੈਸ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਈਜ਼ੀ ਵੇ ਇਮੀਗ੍ਰੇਸ਼ਨ ਨੂੰ ਲੈ ਕੇ ਆਇਆ। ਜੀ ਜੀ, ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹਰ ਅਪਡੇਟਸ ਦੇ ਨਾਲ ਅੱਗੇ ਵਧ ਰਹੇ ਹੋ, ਤਾਂ ਕਿ ਜਿਹੜੇ ਸਟੂਡੈਂਟਸ ਨੇ, ਕਿਉਂਕਿ ਸਟੂਡੈਂਟਸ ਵਿੱਚ ਵੀ ਬਹੁਤ ਸਾਰੇ ਸਵਾਲ ਅੱਜ ਕੱਲ੍ਹ ਇਹ ਰਹਿੰਦੇ ਨੇ ਕਿ ਕੀ ਪ੍ਰੋਸੈਸ ਚੇਂਜ ਹੋ ਗਿਆ ਹੈ, ਕਿਸ ਤਰੀਕੇ ਨਾਲ ਅਸੀਂ ਆਪਣੀ ਹੁਣ ਫਾਈਲਿੰਗ ਕਰੀਏ ਜਾਂ ਕਿਹੜੀ ਗੱਲਾਂ ਵੱਲ ਬਹੁਤ ਜ਼ਿਆਦਾ ਜ਼ਰੂਰੀ ਸਾਨੂੰ ਧਿਆਨ ਰੱਖਣਾ ਚਾਹੀਦਾ। ਕਿਉਂਕਿ ਅੱਜ ਕੱਲ੍ਹ ਅਗਰ ਅਸੀਂ ਦੇਖੀਏ ਇਮੀਗ੍ਰੇਸ਼ਨ ਬਿਜ਼ਨਸ ਜਿਹੜਾ ਹੈ ਉਹ ਕਾਫੀ ਜੋ ਹੈ ਗੱਲਾਂ ਲੁਕੋ ਕੇ ਸਟੂਡੈਂਟਸ ਨਾਲ ਗੱਲਾਂ ਕਰਦੇ ਨੇ ਅਤੇ ਜਿਸ ਦਾ ਬਾਅਦ ਵਿੱਚ ਸਟੂਡੈਂਟਸ ਨੂੰ ਨੁਕਸਾਨ ਵੀ ਹੋ ਜਾਂਦਾ ਹੈ। ਅਦਰਵਾਈਜ਼ ਆਪਾਂ ਉਵੇਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦੇ ਵਿੱਚ ਅਗਰ ਅਸੀਂ ਦੇਖੀਏ ਕਾਫੀ ਕੰਮ ਜੋ ਹੈ ਡਾਊਨ ਵੀ ਜਾ ਰਿਹਾ ਹੈ ਇਸ ਸਮੇਂ ਦੇ ਵਿੱਚ। ਤੁਸੀਂ ਠੀਕ ਹੈ ਨੌਲੇਜ ਚੰਗੀ ਇਕੱਠੀ ਕੀਤੀ ਹੈ, ਪਰ ਇੱਕ ਨਵੀਂ ਕੰਪਨੀ ਵੀ ਬਣਾ ਕੇ ਤੁਸੀਂ ਜੋ ਹੈ ਹੁਣ ਸਾਹਮਣੇ ਆਏ ਹੋ। ਕੁਝ ਡਾਊਟਫੁਲ ਨਹੀਂ ਲੱਗਿਆ ਮਾਈਂਡ ਦੇ ਵਿੱਚ? ਥੋੜ੍ਹਾ ਹੋਇਆ ਨਹੀਂ ਕਿ ਵੀ ਮੈਂ ਇਹ ਕਰ ਰਿਹਾ ਤਾਂ ਇਹ ਸਹੀ ਰਹੇਗਾ ਹੁਣ ਦੇ ਟਾਈਮ ਦੇ ਵਿੱਚ ਜਾਂ ਨਹੀਂ? ਜੀ ਹਰਜੋਤ, ਬਹੁਤ ਤਿੱਖਾ ਸਵਾਲ ਪੁੱਛ ਲਿਆ ਤੁਸੀਂ ਮੇਰੇ ਤੋਂ। ਕਾਫੀ ਨੇ ਮੈਨੂੰ ਕਿਹਾ ਕਿ ਦੇ ਸੈਡ ਕਿ ਇਮੀਗ੍ਰੇਸ਼ਨ ਇੰਡਸਟਰੀ ਇਸ ਟਾਈਮ ਡੁੱਬ ਰਹੀ ਹੈ। ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਯਸ, ਜੋ ਇਮੀਗ੍ਰੇਸ਼ਨ ਨੂੰ ਇੱਕ ਇੰਡਸਟਰੀ ਦੀ ਤਰ੍ਹਾਂ ਲੈਂਦੇ ਆ, ਇੱਕ ਬਿਜ਼ਨਸ ਦੀ ਤਰ੍ਹਾਂ ਲੈਂਦੇ ਆ, ਮੇ ਵੀ ਉਹ ਘਾਟੇ ਦੇ ਵਿੱਚ ਹੋਣ। ਪਿਛਲੇ ਕਾਫੀ ਸਾਲਾਂ ਤੋਂ ਮੈਂ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਔਰ ਮੈਂ ਇਹਨੂੰ ਇੱਕ ਇੰਡਸਟਰੀ ਦੀ ਤਰ੍ਹਾਂ ਨਹੀਂ ਲੈਂਦਾ। ਇਮੀਗ੍ਰੇਸ਼ਨ ਜੋ ਪ੍ਰੋਸੈਸ ਹੈ ਮੇਰੇ ਮਦਰ ਦੀ ਤਰ੍ਹਾਂ ਹੈ। ਆਹ ਮੇਰਾ ਪੈਸ਼ਨ ਹੈਗਾ, ਮੇਰਾ ਕੰਮ ਬੱਚਿਆਂ ਨੂੰ ਕੰਸਲਟ ਕਰਨਾ ਹੈਗਾ ਵੀਜ਼ਾ ਵਾਸਤੇ। ਪੈਸਾ ਕਮਾਉਣਾ ਹੋਵੇ, ਵਾਧੂ ਬਿਜ਼ਨਸ ਹੈਗਾ, ਬਟ ਰੱਬ ਨੇ ਮੇਰੇ ਖੂਨ 'ਚ ਜੇ ਇਮੀਗ੍ਰੇਸ਼ਨ ਪ੍ਰੋਸੈਸ 'ਤੇ ਬੱਚਿਆਂ ਨੂੰ ਗਾਈਡ ਕਰਨਾ ਲਿਖਿਆ ਹੈ, ਉਹਨਾਂ ਦੇ ਸੁਪਨੇ ਸਾਕਾਰ ਪੂਰੇ ਕਰਨ ਦੇ ਵਾਸਤੇ,
ਮਦਦ ਕਰਨਾ ਲਿਖਿਆ ਹੈਗਾ ਮੇਰੇ ਵਿੱਚ ਤੇ ਮੇਰਾ ਫਰਜ਼ ਬਣਦਾ ਮੈਂ ਉਹ ਚੀਜ਼ ਕਰਾਂ ਤੇ ਇਮੀਗ੍ਰੇਸ਼ਨ ਨੂੰ ਮੈਂ ਕਦੇ ਵੀ ਇੰਡਸਟਰੀ ਦੀ ਤਰ੍ਹਾਂ ਨਹੀਂ ਲਵਾਂਗਾ। ਆ ਮੇਰਾ ਪੈਸ਼ਨ ਹੈਗਾ ਤੇ ਮੇਰਾ ਕੰਮ ਹੈਗਾ ਬੱਚਿਆਂ ਨੂੰ ਗਾਈਡ ਕਰਨਾ। ਸੋ ਜਿਨ੍ਹਾਂ ਵਾਸਤੇ ਡੁੱਬ ਰਹੀ ਆ ਉਹ ਬਿਜ਼ਨਸਮੈਨ ਹੋਣਗੇ, ਮੈਂ ਇੱਕ ਬਿਜ਼ਨਸਮੈਨ ਨਹੀਂ, ਮੈਂ ਇੱਕ ਕੰਸਲਟੈਂਟ ਹੈਗਾ। ਚਲੋ ਜੀ, ਬਹੁਤ ਵਧੀਆ ਗੱਲ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਅਜਿਹੀ ਕੰਸਲਟੈਂਟਸ ਦੀ ਜ਼ਰੂਰਤ ਹੈ ਜੋ ਕਿ ਇਸ ਸਾਰੀ ਗੱਲ ਨੂੰ, ਪ੍ਰੋਸੈਸ ਨੂੰ, ਕਿ ਅਸੀਂ ਅਗਰ ਸਟੂਡੈਂਟਸ ਨੂੰ ਗਾਈਡ ਕਰ ਰਹੇ ਹਾਂ ਉਸਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਨਾ ਦੇਖਣ, ਕਿਉਂਕਿ ਜਿਹੜੇ ਬਿਜ਼ਨਸ ਦੀ ਤਰ੍ਹਾਂ ਦੇਖਦੇ ਨੇ ਉਹ ਸਿਰਫ ਮੌਕੇ ਲੱਭਦੇ ਨੇ ਕਿ ਅਸੀਂ ਕਿਸ ਤਰੀਕੇ ਨਾਲ ਸਟੂਡੈਂਟਸ ਤੋਂ, ਉਹਨਾਂ ਦੇ ਪੇਰੈਂਟਸ ਤੋਂ ਪੈਸੇ ਜੋ ਹੈ ਉਹ ਠੱਗ ਲਈਏ। ਸੋ ਵਾਕਈ ਇਹੋ ਜਿਹੀ ਸੋਚ ਹੋਣੀ ਬਹੁਤ ਜ਼ਰੂਰੀ ਹੈ। ਸਟੂਡੈਂਟਸ ਦੇ ਲਈ ਅਜਿਹੇ ਕੰਸਲਟੈਂਟਸ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਉਹ ਵੀ ਪੂਰੇ ਕੌਨਫੀਡੈਂਸ ਦੇ ਨਾਲ, ਪੂਰੇ ਫੇਥ ਦੇ ਨਾਲ, ਪੂਰੇ ਟਰਸਟ ਦੇ ਨਾਲ ਅੱਗੇ ਵੱਧ ਸਕਣ ਕਿ ਅਗਰ ਅਸੀਂ ਇਹਨਾਂ ਕੋਲ ਆਏ ਹਾਂ ਤਾਂ ਸਾਨੂੰ ਸਹੀ ਗਾਈਡੈਂਸ ਮਿਲੇਗੀ ਤੇ ਅਸੀਂ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕਾਂਗੇ ਬਹੁਤ ਹੀ ਟਾਈਮਲੀ ਔਰ ਪੈਸਿਆਂ ਨੂੰ ਬਚਾਉਂਦੇ ਹੋਏ। ਤੇ ਅੱਗੋਂ ਮੈਂ ਜਾਣਨਾ ਚਾਹੂੰਗੀ, ਅੱਜ ਦੇ ਅਗਰ ਟਾਈਮ ਦੀ ਆਪਾਂ ਗੱਲ ਕਰਦੇ ਹਾਂ, ਸਟੂਡੈਂਟਸ ਜ਼ਿਆਦਾ ਸਭ ਤੋਂ ਪਹਿਲਾਂ ਜੋ ਹੈ ਕੈਨੇਡਾ ਲਈ ਹੀ ਹਮੇਸ਼ਾ ਅਪਲਾਈ ਕਰਨ ਦੀ ਸੋਚਦੇ ਨੇ। ਪ੍ਰੈਜ਼ੈਂਟਲੀ ਮੈਂ ਜਾਣਨਾ ਚਾਹੂੰਗੀ ਕਿ ਕਿੰਨਾ ਕੁ ਆਪਾਂ ਸਕਸੈਸ ਰੇਟ ਮੰਨ ਸਕਦੇ ਹਾਂ ਅਗਰ ਕੈਨੇਡਾ ਲਈ ਅਪਲਾਈ ਕਰ ਰਹੇ ਨੇ ਸਟੂਡੈਂਟਸ, ਕਿੰਨਾ ਕੁ ਪ੍ਰੋਸੈਸ ਹੈ, ਕਿੰਨਾ ਟਾਈਮ ਲੱਗਦਾ? ਇਸ ਟਾਈਮ ਦੇਖੋ, ਜਿਵੇਂ ਆਪਾਂ STS ਦੀ ਗੱਲ ਕਰੀਏ ਤਾਂ STS ਦਾ ਓਬਵੀਅਸਲੀ 20 ਦਿਨ ਦੇ ਵਿੱਚ ਗਵਰਨਮੈਂਟ ਨੇ ਡਿਸੀਜਨ ਦੇਣਾ ਹੁੰਦਾ ਹੈ। ਤੇ ਲੈਟਸ ਸੇ ਅਗਰ ਆਪਾਂ ਆਫਰ ਲੈਟਰ ਤੋਂ ਲੈ ਕੇ ਸਾਰਾ ਪ੍ਰੋਸੈਸ ਤਾਂ 3 ਕੁ ਮਹੀਨੇ ਦੀ ਆਪਾਂ ਗੱਲ ਕਰਨੇ ਆ। ਨੋ ਡਾਊਟ ਇਸ ਟਾਈਮ ਦੇਰੀ ਲੱਗ ਰਹੀ ਹੈ। ਫਾਈਲਿੰਗ ਦੇ ਕਾਫੀ ਫਾਈਲਾਂ ਹਾਈ ਕਮਿਸ਼ਨ ਕੋਲ ਪੈਂਡਿੰਗ ਹੈਗੀਆਂ। ਨੌਨ STS ਦਾ 60 ਡੇਜ਼ ਜੋ ਹੈਗਾ ਰਿਜ਼ਲਟ ਦੇਣ ਦਾ ਟਾਈਮ ਹੈਗਾ, ਓਬਵੀਅਸਲੀ ਉਹਨੂੰ ਟਾਈਮ ਲੱਗ ਰਿਹਾ। ਲੇਕਿਨ ਜੋ ਬੱਚੇ ਜੋ ਪ੍ਰੈਜ਼ੈਂਟ ਸਿਨੈਰੀਓ ਦੇਖਦੇ ਹੋਏ, ਅੱਜ ਦੇ ਹਾਲਾਤ ਦੇਖਦੇ ਹੋਏ, ਕੁਝ ਬੱਚੇ ਹੈਗੇ ਜਿਨ੍ਹਾਂ ਨੂੰ ਲਾਸਟ ਈਅਰ ਮਾਰਚ ਦੀਆਂ ਫਾਈਲਾਂ ਲੱਗੀਆਂ, ਸਪਟੈਂਬਰ ਇਨਟੇਕ ਵਾਸਤੇ ਫਾਈਲਾਂ ਲਾਈਆਂ ਸੀਗੀਆਂ ਜਾਂ ਜਨਵਰੀ ਇਨਟੇਕ ਵਾਸਤੇ, ਔਰ ਅਜੇ ਤੱਕ ਉਹਨਾਂ ਦੇ ਰਿਜ਼ਲਟ ਨਹੀਂ ਆਏ ਹੈ। ਉਹ ਬੱਚੇ ਥੋੜ੍ਹੇ ਜਿਹੇ ਨਿਰਾਸ਼ ਜ਼ਰੂਰ ਹੋ ਰਹੇ। ਪਰ ਮੈਂ ਸਾਰੇ ਬੱਚਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ, ਜਾਂ ਉਹਨਾਂ ਦੀ ਫਾਈਲ ਲੱਗ ਚੁੱਕੀ ਹੈ ਜਾਂ ਜੋ ਬੱਚੇ ਅਜੇ ਸੋਚ ਰਹੇ ਆ, ਆਉਣ ਵਾਲਾ ਸਮਾਂ ਬਹੁਤ ਚੰਗਾ ਹੈ। ਮਾੜਾ ਜੋ ਸੀਗਾ ਉਹ ਨਿਕਲ ਗਿਆ, ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬਹੁਤ ਚੰਗਾ ਹੈ। ਜੇਕਰ ਤੁਹਾਡੀ ਫਾਈਲ ਲੱਗੀ ਹੈ, ਨੈਗੇਟਿਵ ਨਾ ਹੋਵੋ। ਜੇ ਤੁਸੀਂ ਫਾਈਲ ਲਾਣੀ ਹੈ ਤਾਂ ਵੀ ਤੁਸੀਂ ਪੋਜ਼ਿਟਿਵ ਰਹਿ ਕੇ ਫਾਈਲ ਲਗਾਓ। ਆਪਣੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ, ਸਟੂਡੈਂਟ ਵੀਜ਼ਾ ਪ੍ਰੋਸੈਸ ਨੂੰ ਜਾਂ PR ਪ੍ਰੋਸੈਸ ਹੈ ਜੋ ਵੀ ਹੈਗਾ, ਆਪਣਾ ਸਟਾਰਟ ਕਰੋ। ਸਿਰਫ ਇਸ ਇੰਤਜ਼ਾਰ ਦੇ ਵਿੱਚ ਕਿ ਅਜੇ ਦੇਖਦੇ ਹਾਂ ਕਦੋਂ ਸਭ ਠੀਕ ਹੋਏਗਾ ਫਿਰ ਆਪਾਂ ਫਾਈਲ ਲਗਾਉਣਾ ਹੈ। ਇਸ ਕਰਕੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੁਛ ਨਾ ਕੁਛ ਦਿੱਕਤ ਜ਼ਰੂਰ ਆ ਸਕਦੀ ਹੈ। ਸੋ ਜੇਕਰ ਤੁਸੀਂ ਸੁਪਨਾ ਦੇਖਿਆ ਹੈ ਕੈਨੇਡਾ ਜਾ ਕੇ ਪੜ੍ਹਨ ਦਾ ਔਰ ਤੁਸੀਂ ਆਇਲਸ ਕਰ ਚੁੱਕੇ ਹੋ, ਤੁਹਾਡੇ ਰਿਜ਼ਲਟ ਆ ਚੁੱਕੇ ਆ ਔਰ ਤੁਸੀਂ ਜਸਟ ਵੇਟ ਕਰ ਰਹੇ ਹੋ, ਤਾਂ ਡੋਂਟ ਵੇਟ। ਇੱਕ ਚੰਗਾ ਕੰਸਲਟੈਂਟ ਲੱਭੋ। ਮੈਂ ਤਾਂ ਕਹਿੰਦਾ ਤੁਸੀਂ 4 ਕੰਸਲਟੈਂਟਸ ਨਾਲ ਗੱਲ ਕਰੋ, ਜਿਹਦੀ ਰਾਏ ਤੁਹਾਨੂੰ ਚੰਗੀ ਲੱਗਦੀ ਹੈ, ਲੈਟਸ ਗੋ, ਉਹਦੇ ਥਰੂ ਤੁਸੀਂ ਅਪਲਾਈ ਕਰੋ। ਬਟ ਆਪਣੀ ਜੋ ਫਾਈਲਿੰਗ ਪ੍ਰੋਸੈਸ ਹੈ ਉਹਨੂੰ ਬਿਲਕੁਲ ਨਾ ਰੋਕੋ। ਗੈਪ ਜੋ ਹੈਗਾ ਇੱਕ ਫਾਈਲ ਦੇ ਵਿੱਚ, ਮੈਂ ਅੱਗੇ ਵੀ ਕਹਿੰਦਾ ਸੀਗਾ, ਬਹੁਤ ਵੱਡੀ ਦਿੱਕਤ ਦਿੰਦਾ ਹੈ। ਅਨਅਥੈਂਟੀਕੇਟਿਡ ਤੁਸੀਂ ਫਿਰ ਆਪਣਾ ਸਰਟੀਫਿਕੇਟ ਬਣਵਾਓਗੇ, ਕੁਛ ਐਕਸਪੀਰੀਅੰਸ ਬਣਵਾਓਗੇ, ਉਹ ਚੀਜ਼ ਮੈਂ ਕਦੇ ਰਿਕਮੈਂਡ ਨਹੀਂ ਕਰਦਾ। ਸੋ ਅਗਰ ਆਪਾਂ ਸੋਚਿਆ ਕਿ ਆਪਾਂ ਕੈਨੇਡਾ ਜਾ ਕੇ ਪੜ੍ਹਨਾ ਹੈ ਜਾਂ ਇੱਧਰ ਕਿਸੇ ਹੋਰ ਕੰਟਰੀ ਜਾ ਕੇ ਪੜ੍ਹਨਾ ਹੈ, ਸਟਾਰਟ ਯੋਰ ਪ੍ਰੋਸੈਸ। ਜੀ ਬਿਲਕੁਲ। ਸੋ ਸਾਰੇ ਸਟੂਡੈਂਟਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਇਹਨਾਂ ਦੀ ਗੱਲਾਂ ਵੱਲ ਧਿਆਨ ਦਿਓ ਤਾਂ ਕਿ ਅਗਰ ਤੁਸੀਂ ਸੋਚ ਰਹੇ ਹੋ ਅਪਲਾਈ ਕਰਨਾ ਤਾਂ ਦੇਰੀ ਨਾ ਹੋਵੇ। ਬਾਕੀ ਸਕਰੀਨ 'ਤੇ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਈਜ਼ੀ ਵੇ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਗੱਲ ਕਰ ਸਕਦੇ ਹੋ, ਸਹੀ ਸਲਾਹ ਲੈ ਸਕਦੇ ਹੋ ਤਾਂ ਕਿ ਤੁਸੀਂ ਟਾਈਮਲੀ ਜੋ ਹੈ ਆਪਣਾ ਪ੍ਰੋਸੈਸ ਸ਼ੁਰੂ ਕਰ ਸਕੋ। ਤੇ ਆਪਾਂ ਅਗਰ ਕੈਨੇਡਾ ਦੀ ਗੱਲ ਕਰ ਹੀ ਰਹੇ ਹਾਂ ਤਾਂ ਕੁਝ ਸਟੂਡੈਂਟਸ ਹੁੰਦੇ ਜਿਨ੍ਹਾਂ ਦੇ ਹਾਲੇ ਤੱਕ ਰਿਜ਼ਲਟ ਨਹੀਂ ਆਏ। +2 ਦੇ ਸਟੂਡੈਂਟਸ ਦੀ ਆਪਾਂ ਗੱਲ ਕਰੀਏ, ਉਹਨਾਂ ਦਾ ਜੋ ਹੈ ਰਿਜ਼ਲਟਸ ਦੀ ਦੇਰੀ ਕਰਕੇ ਉਹ ਸੋਚਦੇ ਨੇ ਕਿ ਅਸੀਂ ਹੋਰ ਹੁਣ ਰੁਕ ਜਾਈਏ। ਤਾਂ ਉਹਨਾਂ ਲਈ ਸਹੀ ਇਸ ਟਾਈਮ ਕੀ ਫੈਸਲਾ ਲੈਣਾ ਸਹੀ ਰਹੇਗਾ, ਕਿਉਂਕਿ ਪੇਰੈਂਟਸ ਵੀ ਕਨਫਿਊਜ਼ ਹੁੰਦੇ ਨੇ, ਕਈਆਂ ਨੂੰ ਮਿਲ ਕੇ ਆਉਂਦੇ, ਕਈ ਕੰਸਲਟੈਂਟਸ ਨੂੰ ਮਿਲਦੇ, ਹਰ ਕੋਈ ਇੱਕ ਅਲੱਗ ਸਲਾਹ ਦਿੰਦਾ। ਬਟ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਟਾਈਮ ਉਹ ਸਟੂਡੈਂਟਸ ਨੂੰ ਕੀ ਡਿਸੀਜ਼ਨ ਲੈਣਾ ਚਾਹੀਦਾ ਹੈ ਜੋ ਹਲੇ ਆਪਣੇ ਰਿਜ਼ਲਟ ਦੀ ਵੇਟ ਕਰ ਰਹੇ ਨੇ। ਜੀ ਦੇਖੋ, ਰਿਜ਼ਲਟ ਤੇ ਮਸਟ ਹੈਗਾ, ਨੋ ਡਾਊਟ। ਲੇਕਿਨ ਜਿਨ੍ਹਾਂ ਬੱਚਿਆਂ ਨੂੰ ਪਤਾ ਕਿ ਮੇਰੇ ਇੰਨੇ ਮਾਰਕਸ ਆ ਸਕਦੇ ਆ, ਉਨੇ ਮਾਰਕਸ ਆ ਸਕਦੇ ਆ, ਤਾਂ ਈਜ਼ੀ ਵੇ ਇਮੀਗ੍ਰੇਸ਼ਨ ਦੇ ਮੋਰ ਦੈਨ 750 ਕਾਲਜਿਸ ਯੂਨੀਵਰਸਿਟੀਜ਼ ਨਾਲ ਡਾਇਰੈਕਟ ਟਾਈ ਅਪ ਹੈਗੇ। ਨੋ ਡਾਊਟ ਕੁਛ ਅਦਰ ਏਜੰਟ ਦੇ ਥਰੂ ਵੀ ਹੁੰਦੇ ਆ, ਬਟ 750 ਡਾਇਰੈਕਟ ਸਾਡੇ ਟਾਈ ਅਪਸ ਹੈਗੇ। ਤੇ ਜੋ ਬੱਚਿਆਂ ਦੇ ਅਜੇ ਆਪਣੇ ਰਿਜ਼ਲਟ ਦਾ ਵੇਟ ਕਰ ਰਿਹਾ, ਆਈਦਰ ਮਾਰਕਸ਼ੀਟ ਦਾ ਵੇਟ ਕਰ ਰਿਹਾ ਜਾਂ ਫਿਰ ਆਇਲਸ ਦਾ ਰਿਜ਼ਲਟ ਦਾ ਵੇਟ ਕਰ ਰਿਹਾ, ਤੇ ਤੁਸੀਂ ਬਿਲਕੁਲ ਆਪਣੀ ਕੰਡੀਸ਼ਨਲ ਬੇਸਿਸ ਤੇ ਸੀਟ ਬੁੱਕ ਕਰਵਾ ਸਕਦੇ ਹੋ। ਉਹਦੇ ਵਿੱਚ ਤੁਸੀਂ ਦੇਰੀ ਨਾ ਕਰੋ। ਜਿੱਦਾਂ ਹੁਣੇ ਤੁਸੀਂ ਗੱਲ ਕੀਤੀ ਆ, ਮੇਰੇ ਕੋਲ ਕੱਲ੍ਹ ਇੱਕ ਬੱਚਾ ਆਇਆ ਸੀਗਾ, ਓਵਰਆਲ 7 ਬੈਂਡ ਸੀਗਾ, ਨਾਟ ਲੈਸ ਦੈਨ 6, ਔਰ ਉਹ ਟੋਰੰਟੋ ਜਾਣਾ ਚਾਹੁੰਦਾ ਸੀਗਾ। ਲੇਕਿਨ ਉਹਦੇ ਕਿਸੇ ਫਰੈਂਡ ਨੇ ਸਲਾਹ ਦਿੱਤੀ ਕਿ ਅਜੇ ਆਪਣੀ ਫਾਈਲ ਨਾ ਲਗਾਈ, ਇਸ ਸਾਲ ਵੇਟ ਕਰ ਲੈ, ਅਗਲੇ ਸਾਲ ਸਪਟੈਂਬਰ ਇਨਟੇਕ ਦੇ ਵਿੱਚ ਫਾਈਲ ਲਗਾਈ। ਮੇਰੇ ਹਿਸਾਬ ਨਾਲ ਸਭ ਤੋਂ ਬੇਕਾਰ ਸਲਾਹ ਦਿੱਤੀ ਉਹਦੇ ਫਰੈਂਡ ਨੇ। ਨੋ ਡਾਊਟ ਫਰੈਂਡ ਚੰਗਾ ਹੋਏਗਾ, ਬਟ ਇੱਕ STS ਪ੍ਰੋਫਾਈਲ ਹੈ, ਚੰਗੀ ਪ੍ਰੋਫਾਈਲ ਹੈ, ਤੇ 1 ਸਾਲ ਜਾਣ ਕੇ ਗੈਪ ਪਵਾ ਰਿਹਾ ਕਿ ਅਜੇ ਹਾਲਾਤ ਠੀਕ ਨਹੀਂ ਹੈਗਾ। ਹਾਲਾਤ ਬਿਲਕੁਲ ਠੀਕ ਹੀ ਹੈਗਾ। ਜੇ ਆਪਾਂ ਆਪਣੀ ਸੇਫਟੀ ਲੈ ਕੇ ਚੱਲ ਰਹੇ ਹਾਂ, ਸਿਕਿਉਰਿਟੀ ਨਾਲ ਚੱਲ ਰਹੇ ਹਾਂ, ਤਾਂ ਬਿਲਕੁਲ ਤੁਹਾਡੀ ਫਾਈਲ ਪ੍ਰੋਸੈਸ ਹੋ ਰਹੀ ਹੈ, ਤੁਹਾਡੇ ਵੀਜ਼ਾ ਵੀ ਆ ਰਹੇ। ਇਨਫੈਕਟ ਕੱਲ੍ਹ ਹੀ ਮੈਂ ਕਿਊਬਿਕ ਦਾ ਇਸ ਟਾਈਮ ਬਹੁਤ ਰੌਲਾ ਪਿਆ ਕਿ ਕਿਊਬਿਕ ਰਿਜ਼ਲਟ ਨਹੀਂ ਦੇ ਰਿਹਾ। ਤੇ ਕੱਲ੍ਹ ਹੀ ਮੇਰੇ ਇੱਕ ਸਟੂਡੈਂਟ ਸੰਦੀਪ ਕੌਰ ਦਾ
ਫਾਜ਼ਿਲਕਾ ਤੋਂ ਕੈਨੇਡਾ ਕਾਲਜ ਮੌਂਟਰੀਅਲ ਦਾ ਸਾਨੂੰ ਵੀਜ਼ਾ ਰਿਸੀਵ ਹੋਇਆ ਹੈ। ਤੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਫਾਈਲਾਂ ਨਹੀਂ ਲੱਗ ਰਹੀਆਂ, ਨਹੀਂ ਚੱਲ ਰਹੀਆਂ। ਯੈਸ ਯੂ ਕੈਨ ਕਮ, ਸਾਡੇ ਕੋਲ ਤੁਸੀਂ ਆ ਸਕਦੇ ਹੋ, ਆਪਣੀ ਫ੍ਰੀ ਆਫ ਕਾਸਟ ਅਸੈਸਮੈਂਟ ਕਰਵਾ ਸਕਦੇ ਹੋ, ਚਾਹੇ ਟੈਲੀਫੋਨ ਰਾਹੀਂ ਕਰਾ ਲਓ, ਆਨਲਾਈਨ ਸਕੈਨ ਡਾਕੂਮੈਂਟ ਭੇਜ ਕੇ ਕਰਾ ਲਓ। ਇਨ ਪਰਸਨ ਤੁਸੀਂ ਮੀਟ ਕਰਨਾ, ਆ ਕੇ ਮੈਨੂੰ ਵੀ ਮੀਟ ਕਰ ਸਕਦੇ ਹੋ, ਸਾਡੇ ਵੀਜ਼ਾ ਐਕਸਪਰਟ ਹੋਰ ਵੀ ਨਾਲ ਬੈਠੇ ਆ, ਉਹਨਾਂ ਨੂੰ ਵੀ ਮਿਲ ਸਕਦੇ ਹੋ, ਸਲਾਹ ਲੈ ਸਕਦੇ ਹੋ, ਤਾਂ ਆਪਣੀ ਤੁਸੀਂ ਫਾਈਲ ਨੂੰ ਅੱਗੇ ਫਰਦਰ ਪ੍ਰੋਸੈਸ ਕਰਾ ਸਕਦੇ ਹੋ। ਜੀ, ਜਿਵੇਂ ਕਿ ਤੁਸੀਂ ਕਿਹਾ ਕਿ ਫੋਨ ਤੇ ਵੀ ਜੋ ਹੈ ਅਸੈਸਮੈਂਟ ਕਰਵਾ ਸਕਦੇ ਆ, ਪਰ ਕਿੰਨਾ ਕੁ ਫਰਕ ਰਹਿੰਦਾ ਹੈ ਕਿ ਕੋਈ ਫੋਨ ਤੇ ਡਿਸਕਸ ਕਰ ਰਿਹਾ ਜਾਂ ਫਿਰ ਆਪਣੇ ਡਾਕੂਮੈਂਟਸ ਲੈ ਕੇ ਤੁਹਾਡੇ ਕੋਲ ਵਿਜ਼ਿਟ ਕਰਦੇ ਆ, ਜੇ ਤੁਸੀਂ ਫੇਸ ਟੂ ਫੇਸ ਜੋ ਹੈ ਗੱਲ ਕਰਦੇ ਹੋ, ਉਹਨਾਂ ਦੇ ਡਾਕੂਮੈਂਟਸ ਦੇਖ ਪਾਉਂਦੇ ਹੋ, ਕਿੰਨਾ ਕੁ ਫਰਕ ਰਹਿੰਦਾ ਉਹਦੇ ਵਿੱਚ? ਜੀ ਮੈਮ ਦੇਖੋ, ਬਿਲਕੁਲ ਫਰਕ ਰਹਿੰਦਾ, ਇਦਾਂ ਦਾ ਕੁਝ ਵੀ ਨਹੀਂ ਹੈ। ਜੋ ਸਾਡੇ ਐਕਸਪਰਟ ਕਾਉਂਸਲਰਸ ਹੈਗੇ ਆ, ਉਹ ਤੁਹਾਡੇ ਡਾਕੂਮੈਂਟ ਦੇ ਕੇ, ਮਾਰਕਸ ਦੇ ਕੇ ਉਸ ਵਾਈਸ ਅਸੈਸਮੈਂਟ ਕਰਵਾ ਲੈਂਦੇ ਆ। ਲੇਕਿਨ ਆਪਣੀ ਗੱਲ ਆ ਜਾਂਦੀ ਹੈ ਜਦੋਂ ਸਾਡੇ ਆਇਲਸ ਦੇ ਵਿੱਚ ਸਕੋਰ ਘੱਟ ਹੈਗੇ, ਕਿਸੇ 'ਚ 5 ਜਾਂ 5.5 ਇੱਕ ਮੋਡਿਊਲ ਦੇ ਵਿੱਚ ਹੈਗੇ ਆ, ਐਂਡ ਮਾਰਕਸ ਜਾਂ ਤੁਹਾਡੇ ਲੋ ਹੈਗਾ, ਜਿਵੇਂ ਮੈਥਸ ਲੋ ਹੈਗਾ, ਇੰਗਲਿਸ਼ ਦੇ ਵਿੱਚ, ਜਾਂ ਤੁਹਾਡੇ ਵਿੱਚ ਗੈਪ ਹੈਗਾ, ਉਹ ਚੀਜ਼ ਤੁਹਾਡੇ ਕਦੇ ਵੀ ਟੈਲੀਫੋਨ ਦੇ ਉੱਤੇ ਕਲੀਅਰ ਨਹੀਂ ਹੋ ਸਕਦੀ ਹੈ। ਜੇ ਤੁਸੀਂ ਇਨੀਸ਼ੀਅਲੀ ਚਾਹੁੰਦੇ ਹੋ ਕਿ ਮੈਨੂੰ ਬਿਫੋਰ ਅਪਲਾਈਂਗ ਰਜਿਸਟ੍ਰੇਸ਼ਨ ਦੇ ਟਾਈਮ ਹੀ ਮੈਨੂੰ ਸਾਰੀਆਂ ਚੀਜ਼ਾਂ ਕਲੀਅਰ ਹੋਣ, ਦੈਨ ਤੁਹਾਨੂੰ ਇੱਕ ਵਾਰ ਆਫਿਸ 'ਤੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ। ਤੁਸੀਂ ਇਨ ਪਰਸਨ ਸਾਡੇ ਕਾਉਂਸਲਰਸ ਨੂੰ ਮਿਲ ਸਕਦੇ ਹੋ, ਬਹੁਤ ਐਕਸਪਰਟ ਹੈਗੇ, ਬਹੁਤ ਨੌਲੇਜ ਹੈਗੀ ਹੈ। ਜੇਕਰ ਤੁਸੀਂ ਮੈਨੂੰ ਮਿਲਣਾ, ਬਿਕੋਜ਼ ਬਿਲਕੁਲ ਤੁਸੀਂ ਅਪਾਇੰਟਮੈਂਟ ਲੈ ਕੇ ਮੈਨੂੰ ਵੀ ਮਿਲ ਸਕਦੇ ਹੋ। ਸਾਰੀਆਂ ਚੀਜ਼ਾਂ ਤੁਹਾਨੂੰ ਵੈਰੀ ਫਰਸਟ ਡੇ ਹੀ ਕਲੀਅਰ ਕੀਤੀਆਂ ਜਾਣਗੀਆਂ, ਅਦਰ ਕੰਸਲਟੈਂਟ ਦੀ ਤਰ੍ਹਾਂ ਨਹੀਂ ਕਿ ਪਹਿਲਾਂ ਬੱਚੇ ਤੋਂ ਐਨਰੋਲਮੈਂਟ ਫੀ ਲੈ ਲਈ, ਆਫਰ ਲੈਟਰ ਮੰਗਾ ਲਿਆ, ਉਸ ਤੋਂ ਜਦੋਂ ਫਾਈਲਿੰਗ ਦਾ ਟਾਈਮ ਆਇਆ ਕਿ ਰਾਜੇ ਤੇਰਾ ਆਹ ਗੈਪ ਹੈਗਾ, ਆਹ ਡਾਕੂਮੈਂਟ ਲਿਆ ਕੇ ਦੇਵੋ, ITR ਲਿਆ ਕੇ ਦੇਵੋ, ਇੰਨੇ ਫੰਡ ਸ਼ੋ ਕਰਨੇ ਪੈਣੇ। ਈਜ਼ੀ ਵੇ ਦੀ ਇੱਕੋ ਖਾਸੀਅਤ ਰਹੇਗੀ, ਵੈਰੀ ਫਰਸਟ ਡੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਸਾਰੀ ਦੀ ਸਾਰੀ ਚੈੱਕਲਿਸਟ ਦਿੱਤੀ ਜਾਏਗੀ, ਸਾਰੇ ਡਾਊਟ ਉੱਧਰ ਹੀ ਕਲੀਅਰ ਕੀਤੇ ਜਾਣਗੇ। ਤੁਹਾਡੀ ਫਾਈਲ ਕਿੱਦਾਂ ਰੈਡੀ ਹੋਏਗੀ, ਯੈਸ ICCRC ਲਾਇਰ ਜਾਂ ਆਸਟ੍ਰੇਲੀਆ ਅਪਲਾਈ ਕਰਦੇ ਹੋ, ਮਾਰਾ ਲਾਇਰ ਅਦਰ ਕੰਟਰੀ ਕਰਦੇ ਹੋ, ਉਹਨਾਂ ਦੇ ਇਮੀਗ੍ਰੇਸ਼ਨ ਲਾਇਰ ਦੇ ਥਰੂ ਹੀ ਹੋਏਗੀ। ਲੇਕਿਨ ਚੀਜ਼ਾਂ ਤੁਹਾਡੀਆਂ ਸਾਰੀਆਂ ਕਲੀਅਰ ਪਹਿਲਾਂ ਹੀ ਹੋ ਜਾਣਗੀਆਂ। ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ, ਈਜ਼ੀ ਵੇ ਇਮੀਗ੍ਰੇਸ਼ਨ ਕੋਲ ਇੱਕ ਐਕਸਪਰਟ ਟੀਮ ਹੈਗੀ ਹੈ, ਪੈਨਲ ਟੀਮ, ਜਿਹਦੇ ਵਿੱਚ ਹਰ ਕੰਟਰੀ ਦੇ ਐਕਸਪਰਟ ਇਮੀਗ੍ਰੇਸ਼ਨ ਲਾਇਰਸ ਹੈਗੇ ਆ। ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਫਾਈਲ ਰੈਡੀ ਹੁੰਦੀ ਆ, ਔਰ ਹਰ ਫਾਈਲ ਦੇ ਉੱਤੇ ਮੇਰੀ ਨਜ਼ਰ ਜ਼ਰੂਰ ਰਹਿੰਦੀ ਹੈ। ਹਰ ਫਾਈਲ ਨੂੰ ਇੱਕ ਵਾਰ ਮੈਂ ਜ਼ਰੂਰ ਪ੍ਰਪੇਅਰ ਕਰਦਾ, ਨਾਲ ਮਿਲ ਕੇ ਚੈੱਕ ਕਰਨਾ, ਤਾਂ ਕਿ ਜੋ ਮੈਂ ਬੱਚਿਆਂ ਨੂੰ ਪ੍ਰੋਮਿਸ ਕੀਤਾ ਹੈ ਕਿ ਮੈਂ ਤੁਹਾਨੂੰ ਤੁਹਾਡੀ ਫਾਈਲ 100% ਆਪਣੀ ਜੀ ਜਾਨ ਲਗਾ ਕੇ ਪੇਸ਼ ਕਰਾਂਗਾ ਹਾਈ ਕਮਿਸ਼ਨ ਦੇ ਅੱਗੇ ਵੀਜ਼ਾ ਦੇ ਵਾਸਤੇ, ਉਹਦੇ ਵਿੱਚ ਕੋਈ ਸਾਡੇ ਵੱਲੋਂ ਕਮੀ ਨਾ ਰਹਿ ਜਾਵੇ। ਜੀ 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 ਬਿਲਕੁਲ। ਸੋ ਇਸੇ ਤਰੀਕੇ ਦੀ ਡੈਡੀਕੇਸ਼ਨ ਵੀ ਜ਼ਰੂਰ ਮੰਗਦੇ ਵੀ ਨੇ ਸਟੂਡੈਂਟਸ, ਤਾਂ ਕਿ ਜਿਨ੍ਹਾਂ ਦੇ ਹੱਥੋਂ ਆਪਣਾ ਫਿਊਚਰ ਸੌਂਪਦੇ ਨੇ ਕਿ ਤੁਹਾਡੇ ਜ਼ਿੰਮੇ ਕੀਤਾ ਕਿ ਅਸੀਂ ਡਾਕੂਮੈਂਟਸ ਦੇ ਰਹੇ ਹਾਂ, ਪੇਰੈਂਟਸ ਕਹਿੰਦੇ ਅਸੀਂ ਫੀਸ ਭਰ ਰਹੇ ਹਾਂ, ਤਾਂ ਤੁਹਾਡੇ ਜ਼ਿੰਮੇ ਕੀਤਾ ਕਿ ਤੁਸੀਂ ਸਟੂਡੈਂਟਸ ਨੂੰ ਸਹੀ ਰਸਤਾ ਜ਼ਰੂਰ ਦਿਖਾਓ। ਤੇ ਇਹੋ ਜਿਹੀ ਸੋਚ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਕੰਪਨੀਜ਼ 'ਚ ਦੇਖਿਆ ਜਾਂਦਾ ਕਿ ਕਈ ਸਟਾਫ ਰੱਖਿਆ ਹੁੰਦਾ ਹੈ, ਬਿਲਕੁਲ ਕਈ ਵਾਰੀ ਫਰੈਸ਼ ਸਟਾਫ ਹੁੰਦਾ, ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਤੇ ਉਹ ਜਦੋਂ ਪ੍ਰੋਸੈਸ ਕਰਦੇ ਨੇ ਫਾਈਲ, ਕਈ ਸਾਰੀਆਂ ਗਲਤੀਆਂ ਜੋ ਹੈ ਸਟਾਫ ਤੋਂ ਰਹਿ ਜਾਂਦੀਆਂ, ਜਿਸ ਕਰਕੇ ਸਟੂਡੈਂਟਸ ਦੀ ਜੋ ਪ੍ਰੋਫਾਈਲ ਦੇ ਉੱਪਰ ਕਈ ਵਾਰ ਰਿਫਿਊਜ਼ਲ ਲੱਗ ਜਾਂਦਾ। ਸੋ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਜੋ ਹੈ ਇਹਨਾਂ ਨੇ ਖਾਸ ਤੌਰ 'ਤੇ ਇਹੀ ਗੱਲ ਤੁਹਾਨੂੰ ਕਹੀ ਹੈ ਕਿ ਉਹ ਖੁਦ ਜੋ ਹੈ ਪਰਸਨਲੀ ਹਰੇਕ ਪ੍ਰੋਫਾਈਲ ਨੂੰ ਚੈੱਕ ਕਰਦੇ ਨੇ, ਕਿੱਥੇ ਕੀ ਰਿਕੁਆਇਰਮੈਂਟ ਹੈ ਜਾਂ ਕੀ ਤੁਹਾਡੇ ਤੋਂ ਕਮੀ ਰਹਿ ਰਹੀ ਹੈ, ਉਹ ਸਭ ਚੀਜ਼ਾਂ ਖੁਦ ਦੇਖ ਕੇ ਹੀ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਕਿੱਥੇ ਲਈ ਔਰ ਕਿਹੜੇ ਕੋਰਸ ਦੇ ਲਈ ਅਪਲਾਈ ਕਰੋ। ਇਸ ਦੇ ਇਲਾਵਾ ਅਗਰ ਆਪਾਂ ਗੱਲ ਕਰੀਏ ਜੀ US ਦੀ ਵੀ ਗੱਲ ਕਰ ਲਈਏ, ਅੱਜ ਦੇ ਟਾਈਮ ਵਿੱਚ ਉੱਥੇ ਲਈ ਵੀ ਸਹੀ ਬਹੁਤ ਆਪਸ਼ਨਸ ਹੈ ਕਿ ਜੋ ਸਟੂਡੈਂਟਸ ਵਿਦਆਊਟ IELTS ਅਪਲਾਈ ਕਰਨਾ ਚਾਹੁੰਦੇ ਨੇ, ਤਾਂ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ, ਕਿਹੜੇ ਸਟੂਡੈਂਟਸ ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਨੇ? US ਦਾ ਤਾਂ ਦੇਖੋ ਹਰ ਦੂਜੇ ਮਹੀਨੇ ਇਨਟੇਕ ਹੁੰਦਾ ਹੈ। ਪ੍ਰੋਸੈਸ ਦੀ ਗੱਲ ਰਹੀ, ਜੇਕਰ ਆਪਾਂ ਵਿਦਆਊਟ IELTS ਕਰਨੀ ਹੈ, ਮੇਰੇ ਹਿਸਾਬ ਨਾਲ ਕਿਸੇ ਕੰਸਲਟੈਂਟ ਨੇ ਇਸ ਮੰਚ ਤੇ ਅੱਜ ਤੱਕ ਕਿਹਾ ਹੋਏਗਾ ਜਾਂ ਨਹੀਂ ਕਿਹਾ ਹੋਏਗਾ, ਆਈ ਡੋਂਟ ਨੋ, ਲੇਕਿਨ ਜੇ ਆਪਾਂ ਵਿਦਆਊਟ IELTS ਅਪਲਾਈ ਕਰ ਰਹੇ ਹਾਂ ਤਾਂ ਮੇਕ ਸ਼ੋਰ ਤੁਸੀਂ ਇੰਗਲਿਸ਼ 'ਚ ਵਧੀਆ ਮਾਰਕਸ ਹੋਣ, 70-80 ਮਾਰਕਸ % ਤੁਹਾਡੇ ਹੋਣਾ ਬਹੁਤ ਜ਼ਰੂਰੀ ਹੈ। ਗੈਪ ਘੱਟ ਤੋਂ ਘੱਟ ਹੋਵੇ, ਫਰੈਸ਼ ਪਾਸ ਆਊਟ ਹੋ, ਯੈਸ ਅਪਲਾਈ ਵਿਦਆਊਟ IELTS, ਤੁਹਾਡਾ ਵੀਜ਼ਾ ਆਏਗਾ। ਜੇ ਵੀਜ਼ਾ ਦੀ ਕੈਟਾਗਰੀ ਗੱਲ ਕਰਾਂ, F1 ਵੀਜ਼ਾ, ਜੇ ਆਪਾਂ ਥੋੜੇ ਪ੍ਰੋਫਾਈਲ ਹਲਕੀ ਜੀ ਵੀਕ ਹੈਗੇ ਜਾਂ ਗੈਪ ਹੈ, ਗੋ ਫॉर M1 ਵੀਜ਼ਾ। ਸਪਾਊਸ ਤੁਹਾਡੇ ਨਾਲ ਬਿਲਕੁਲ ਜਾ ਸਕਦਾ ਹੈ। ਜੋ ਇੰਟਰਵਿਊ ਪ੍ਰੈਪਰੇਸ਼ਨ ਹੈਗੀ ਹੈ, ਬਿਕੋਜ਼ ਜੇ ਇਹ ਗੱਲ ਮੈਂ ਡਿਸਕਸ ਨਾ ਕਰਾਂ ਤਾਂ ਬਿਲਕੁਲ ਚੰਗੀ ਨਹੀਂ ਹੋਏਗੀ। US ਦਾ ਹਰ ਕੋਈ ਜਾਣਦਾ, ਹਰ ਟਾਈਪ ਦਾ ਵੀਜ਼ਾ ਇੰਟਰਵਿਊ ਵੇਸਟ ਹੀ ਹੁੰਦਾ ਹੈ, ਤੇ ਮੋਸਟਲੀ ਬੱਚੇ ਜੋ IELTS ਨਹੀਂ ਕਰਦੇ ਆ ਜਾਂ IELTS ਤੇ ਘੱਟ ਸਕੋਰ ਰਹਿ ਜਾਂਦਾ ਹੈ, ਉਹ ਇੱਕੋ ਚੀਜ਼ ਤੋਂ ਘਬਰਾਉਂਦੇ ਆ ਕਿ ਇੰਟਰਵਿਊ ਕਿੱਦਾਂ ਫੇਸ ਕਰਾਂਗੇ, ਕਿ ਇੰਟਰਵਿਊ ਦਾ ਤਾਂ ਡਰ ਹੈਗਾ ਮੈਨੂੰ। ਸੋ ਆਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈਗਾ ਕਿ ਜੋ ਸਾਡੀ ਟੀਮ ਵੱਲੋਂ ਇੰਟਰਵਿਊ ਪ੍ਰੈਪਰੇਸ਼ਨ ਤੁਹਾਨੂੰ ਕਰਾਈ ਜਾਏਗੀ, ਯੂ ਵਿਲ 100% ਕਲੀਅਰ ਯੂਅਰ ਇੰਟਰਵਿਊ। ਬਹੁਤ ਵੱਡੀ ਗੱਲ ਹੈ। ਯੈਸ, ਜੇਕਰ ਤੁਸੀਂ ਸਾਡੇ ਕਹਿਣ 'ਤੇ ਚੱਲੋਗੇ, ਜਿੱਦਾਂ ਆਪਾਂ ਤੁਹਾਨੂੰ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਉੱਦਾਂ ਤੁਸੀਂ ਪ੍ਰੀਪੇਅਰ ਕਰੋਗੇ, ਯੈਸ ਯੂ ਵਿਲ ਕਰੈਕ ਦਾ ਇੰਟਰਵਿਊ। ਔਰ US ਦਾ ਇੰਟਰਵਿਊ ਕਲੀਅਰ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਆ। ਬਸ ਮਨ 'ਚ ਜਿਵੇਂ ਆਪਾਂ ਫਾਈਲ ਰੈਡੀ ਕਰਦੇ ਟਾਈਮ ਡੈਡੀਕੇਸ਼ਨ ਰੱਖਦੇ ਹਾਂ ਵੀਜ਼ਾ ਵਾਸਤੇ, ਤੁਸੀਂ ਇੰਟਰਵਿਊ ਦੀ ਪ੍ਰੈਪਰੇਸ਼ਨ ਦੇ ਟਾਈਮ ਆਪਣੇ ਮਨ 'ਚ ਡੈਡੀਕੇਸ਼ਨ ਰੱਖਣੀ ਹੈ ਕਿ ਮੈਂ ਇੰਟਰਵਿਊ ਤਾਂ ਕਲੀਅਰ ਕਰਨਾ ਹੀ ਹੈਗਾ। ਜੋ ਤੁਹਾਨੂੰ ਇੰਟਰਵਿਊ ਰੈਡੀ ਕਰਵਾਉਣਗੇ ਇੰਟਰਵਿਊ ਦੇ ਵਾਸਤੇ,
ਉਹ ਸਾਡੇ ਕੋਲ ਇੱਕ ਮੈਮ ਹੈਗਾ, ਬਹੁਤ ਐਕਸਪਰਟ ਹੈਗਾ ਉਹ, ਤੇ ਉਹਨਾਂ ਦਾ ਮੇਨਲੀ ਕੰਮ ਹੀ ਹੈਗਾ US ਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਉਣਾ। ਓਕੇ ਬਿਲਕੁਲ, ਤੇ ਚਲੋ ਬਹੁਤ ਅੱਛੀ ਗੱਲ ਹੈ, ਕਿਉਂਕਿ ਜਿਵੇਂ ਤੁਸੀਂ ਗੱਲ ਕਹੀ ਇੰਟਰਵਿਊ ਦਾ ਨਾਂ ਸੁਣਦੇ ਹੀ ਜੋ ਹੈ ਸਟੂਡੈਂਟ ਜ਼ਰੂਰ ਘਬਰਾ ਜਾਂਦੇ ਨੇ ਕਿ ਇੰਟਰਵਿਊ ਹੋਏਗੀ ਤਾਂ ਪਤਾ ਨਹੀਂ ਕੀ ਹੋ ਜਾਏਗਾ। ਸੋ ਇੰਟਰਵਿਊ ਦੇ ਲਈ ਬੇਸਿਕਲੀ ਤੁਹਾਡੇ ਅੰਦਰ ਕੌਨਫੀਡੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਉਸੇ ਨੂੰ ਤੁਹਾਡੇ ਕੌਨਫੀਡੈਂਸ ਨੂੰ ਬਿਲਡ ਕਰਕੇ ਤੁਹਾਡੀ ਜੋ ਹੈ ਤੁਹਾਨੂੰ ਓਵਰਆਲ ਪ੍ਰਿਪੇਅਰ ਕਰਾਉਂਦੇ ਆ ਜੀ ਈਜ਼ੀ ਵੇ ਇਮੀਗ੍ਰੇਸ਼ਨ। ਸੋ ਤੁਸੀਂ ਇਹਨਾਂ ਤੋਂ ਇੰਟਰਵਿਊ ਦੀ ਤਿਆਰੀ ਤੁਹਾਨੂੰ ਨਾਲ ਦੀ ਨਾਲ ਹੀ ਜ਼ਰੂਰ ਮਿਲੇਗੀ, ਪਰ ਨਾਲ ਦੀ ਨਾਲ ਜਿਵੇਂ ਤੁਸੀਂ ਕਿਹਾ 100% ਇਹ ਕੌਨਫੀਡੈਂਸ ਕਿਵੇਂ, ਕਿ ਤੁਸੀਂ ਇੰਨਾ ਆਪਣੇ ਉੱਪਰ ਕੌਨਫੀਡੈਂਸ ਕਿਵੇਂ ਰੱਖਦੇ ਹੋ ਕਿ ਕਿਉਂਕਿ ਹਰ ਕੋਈ ਕਹਿੰਦਾ ਵੀ ਬਾਕੀ ਜੀ ਸਟੂਡੈਂਟ ਉੱਪਰ ਹੈ, ਅਸੀਂ ਤਿਆਰੀ ਕਰਾਵਾਂਗੇ, ਲੇਕਿਨ ਸਟੂਡੈਂਟਸ ਆ ਜਾਂਦੇ, ਲੇਕਿਨ ਤੁਸੀਂ ਕਹਿ ਰਹੇ ਹੋ 100%, ਇਹ ਕੌਨਫੀਡੈਂਸ ਕਿਵੇਂ? ਦੇਖੋ ਹਰਜੋਤ ਜੀ, ਜਦੋਂ ਵੀ ਇੱਕ ਬੱਚਾ ਜਾਂ ਇੱਕ ਪੇਰੈਂਟਸ ਕਿਸੇ ਵੀ ਕੰਸਲਟੈਂਟ ਕੋਲ ਵਿਜ਼ਿਟ ਕਰਦੇ ਉਹਦੇ ਆਫਿਸ, ਉਹਨਾਂ ਦੀ ਅੱਖਾਂ ਵਿੱਚ ਇੱਕ ਵਿਸ਼ਵਾਸ ਹੁੰਦਾ ਕਿ ਮੈਂ ਇਸ ਕੰਸਲਟੈਂਟ ਕੋਲ ਅਪਲਾਈ ਕੀਤਾ ਔਰ ਮੇਰੇ ਬੱਚਾ ਬਾਹਰ ਜਾਏਗਾ, ਮੇਰਾ ਵੀਜ਼ਾ ਆਏਗਾ ਜੀ। ਨੋ ਡਾਊਟ 100% ਯਕੀਨ ਉਸ ਟਾਈਮ ਕੰਸਲਟੈਂਟ ਤੇ ਕਰਤੇ ਕਿ ਮੇਰਾ ਵੀਜ਼ਾ ਲਿਆ ਕੇ ਦੇਗਾ। ਬਿਲਕੁਲ। ਜੇਕਰ ਇੱਕ ਬੱਚਾ ਔਰ ਉਹਦੇ ਪੇਰੈਂਟਸ ਕੰਸਲਟੈਂਟ ਦੇ ਉੱਤੇ ਯਕੀਨ ਕਰ ਸਕਦੇ ਆ ਤਾਂ ਕਿਆ ਇੱਕ ਕੰਸਲਟੈਂਟ ਆਪਣੇ ਉੱਤੇ ਯਕੀਨ ਨਹੀਂ ਕਰ ਸਕਦਾ ਕਿ ਉਹ ਬੱਚੇ ਦਾ ਵੀਜ਼ਾ ਲਿਆ ਕੇ ਦੇਗਾ? ਦੈਟਸ ਵਾਈ ਮੈਂ 100% ਕਿਹਾ, ਮੈਂ ਆਪਣੀ 100% ਡੈਡੀਕੇਸ਼ਨ ਲਗਾਵਾਂਗਾ। ਔਰ ਯਸ, ਜੋ ਬੱਚੇ ਸਾਡੇ ਤੇ ਟਰਸਟ ਕਰਦੇ ਆ, ਜੋ ਸਾਡੇ ਥਰੂ ਫਾਈਲ ਪ੍ਰੋਸੈਸ ਕਰ ਰਹੇ ਆ ਜਾਂ ਆਉਣ ਵਾਲੇ ਸਮਾਂ 'ਚ ਕਰਾਂਗੇ, ਮੈਂ ਤੁਹਾਨੂੰ ਯਕੀਨ ਦਿਲਵਾਉਣਾ, ਮੈਂ 100% ਡੈਡੀਕੇਸ਼ਨ ਲਗਾਵਾਂਗਾ ਤੁਹਾਡੇ ਵੀਜ਼ਾ ਦੇ ਵਾਸਤੇ। ਜੇ ਆਪਾਂ US ਦੀ ਗੱਲ ਕਰ ਰਹੇ ਸੀ, ਮੈਂ US ਤੇ ਤੁਹਾਨੂੰ ਇੱਕ ਛੋਟਾ ਜਿਹਾ ਅਪਡੇਟ ਹੋਰ ਦੇ ਦਿੰਦਾ। ਸਾਡੇ ਕੋਲ ਫਲੋਰੀਡਾ ਦੇ ਵਿੱਚ ਡਾਇਰੈਕਟ ਟਾਈ ਅਪ ਹੈਗੇ। M1 ਕੈਟਾਗਰੀ ਦੇ ਵਿੱਚ ਤੁਹਾਡੀ ਵੀਜ਼ਾ ਦੇ ਵਿੱਚ ਫਾਈਲ ਲੱਗੇਗੀ ਵੋਕੇਸ਼ਨਲ ਕੋਰਸਿਸ ਦੇ ਵਿੱਚ। ਇਹਦੇ ਵਿੱਚ ਜੋ ਕਾਲਜ ਫੀਸ ਹੈਗੀ ਹੈ ਉਹ ਕੰਪਨੀ ਵੱਲੋਂ ਪੇ ਕੀਤੀ ਜਾਏਗੀ, ਅਤੇ ਤੁਸੀਂ ਵੀਜ਼ਾ ਆਉਣ ਤੋਂ ਬਾਅਦ ਆਪਣੀ ਫੀਸ ਦੇਣੀ ਹੈ ਜੋ ਕਾਲਜ ਫੀਸ ਹੈਗੀ ਹੈ। ਜੇਕਰ ਤੁਸੀਂ ਕਹਿੰਦੇ ਹੋ ਅੰਬੈਸੀ ਫੀਸ ਐਂਡ ਅਦਰ ਚਾਰਜਿਸ, ਸਰਵਿਸ ਚਾਰਜਿਸ ਜਾਂ ਇੱਦਾਂ ਦੇ ਕੋਈ ਚਾਰਜਿਸ ਉਹ ਵੀ ਆਪਾਂ ਵੀਜ਼ਾ ਤੋਂ ਬਾਅਦ ਦੇਣੇ ਆ, ਨੋ। ਯਸ, ਆਪਾਂ ਤੁਹਾਡੇ ਵਾਸਤੇ ਕਾਲਜ ਫੀਸ ਪੇ ਕਰ ਰਹੇ ਹਾਂ, ਰੈਸਟ ਆਫ ਦਾ ਚਾਰਜਿਸ ਤੁਸੀਂ ਪੇ ਕਰਨੇ ਆ, ਐਂਡ ਜਦੋਂ ਵੀਜ਼ਾ ਆਏਗਾ ਫਿਰ ਉਸ ਤੋਂ ਬਾਅਦ ਤੁਸੀਂ ਕਾਲਜ ਫੀ ਪੇ ਕਰਨੀ ਹੈ। ਜੀ ਬਿਲਕੁਲ। ਸੋ ਤੁਸੀਂ ਇਹਨਾਂ ਸਾਰੀ ਗੱਲਾਂ ਦਾ ਆਈ ਹੋਪ ਕਿ ਤੁਸੀਂ ਇਹ ਸਾਰੀ ਗੱਲਾਂ ਜ਼ਰੂਰ ਧਿਆਨ ਨਾਲ ਸੁਣ ਰਹੇ ਹੋ, ਕਿਉਂਕਿ ਇਸ ਸ਼ੋਅ ਦੀ ਜੋ ਵੀ ਅਸੀਂ ਡਿਸਕਸ ਕਰ ਰਹੇ ਹਾਂ ਸਾਰੀ ਤੁਹਾਡੇ ਅਵੇਅਰਨੈਸ ਲਈ ਹੀ ਗੱਲਾਂ ਨੇ, ਤਾਂ ਕਿ ਤੁਸੀਂ ਸਹੀ ਪ੍ਰੋਸੈਸ ਦੇ ਵਿੱਚ ਅੱਗੇ ਵਧੋ। ਤੇ ਦੂਸਰਾ ਇੱਕ ਸਵਾਲ ਹੋਰ ਮੈਂ ਪੁੱਛਣਾ ਚਾਹੂੰਗੀ ਜੋ ਪੇਰੈਂਟਸ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਰੂਰੀ ਰਹਿੰਦਾ ਹੈ, ਕਿਉਂਕਿ ਪੇਰੈਂਟਸ ਨੂੰ ਹੁੰਦਾ ਕਿ ਅਸੀਂ ਚਲੋ ਪ੍ਰੋਸੈਸ ਕਰਵਾ ਰਹੇ ਹਾਂ, ਇਨ ਕੇਸ ਅਗਰ ਨਹੀਂ ਲੱਗ ਪਾਉਂਦਾ ਫਾਈਲ ਤਾਂ ਉਸ ਤੋਂ ਪਹਿਲਾਂ ਕਈ ਵਾਰੀ ਕਈ ਤਰ੍ਹਾਂ ਦੇ ਚਾਰਜਿਸ ਜੋ ਹੈ ਪੇ ਕਰਨੇ ਪੈਂਦੇ ਨੇ, ਤਾਂ ਕਿ ਉਹ ਉਸ ਚੀਜ਼ ਨੂੰ ਲੈ ਕੇ ਕੀ ਹੈ ਕਿ ਕੁਝ ਰਿਫੰਡ ਹੋਏਗਾ ਜਾਂ ਕੋਈ ਪ੍ਰੋਸੈਸ ਇਸ ਤਰ੍ਹਾਂ ਦਾ, ਕਿਸ ਤਰੀਕੇ ਦੇ ਥੀਮ ਦੇ ਉੱਪਰ ਚੱਲਦੇ ਹੋ ਤੁਹਾਡੀ ਕੰਪਨੀ ਈਜ਼ੀ ਵੇ ਇਮੀਗ੍ਰੇਸ਼ਨ, ਕਿ ਇਨ ਕੇਸ ਅਗਰ ਕੋਈ ਵੀਜ਼ਾ ਨਹੀਂ ਲੱਗ ਪਾਉਂਦਾ ਤਾਂ ਤੁਹਾਡੇ ਵੱਲੋਂ ਉਹਨਾਂ ਨੂੰ ਕਿਸ ਤਰੀਕੇ ਦਾ ਥੋੜਾ ਹੈਲਪ ਕੀਤੀ ਜਾਂਦੀ ਹੈ ਕਿ ਜੋ ਪੇ ਕਰ ਚੁੱਕੇ ਨੇ ਉਸ ਦੇ ਵਿੱਚੋਂ ਕੁਝ ਤੁਸੀਂ ਉਹਨਾਂ ਨੂੰ ਰਿਫੰਡ ਕਰਦੇ ਹੋ? ਯਸ, ਬਿਲਕੁਲ ਜੀ। ਇਹਦੇ ਵਿੱਚ ਈਜ਼ੀ ਵੇ ਫੈਸੀਲੇਸ਼ਨ ਸਰਵਿਸਿਜ਼ ਦਾ ਥੋੜ੍ਹਾ ਜਿਹਾ ਪ੍ਰੋਸੈਸ ਅੱਡ ਹੈਗਾ। ਵੈਸੇ ਤਾਂ ਸਾਨੂੰ ਰਿਫਿਊਜ਼ਲ ਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿ ਤੁਹਾਡਾ ਰਿਫਿਊਜ਼ਲ ਆਏਗਾ, ਬਿਕੋਜ਼ ਆਈ ਐਮ ਕੌਨਫੀਡੈਂਟ ਜੇ ਮੇਰੇ ਕੋਲ ਅਪਲਾਈ ਕਰਦੇ ਹੋ ਯੂ ਵਿਲ ਗੈਟ ਯੂਰ ਵੀਜ਼ਾ। ਬਟ ਜੇ ਕਿਸੇ ਵੀ ਕਰਕੇ XYZ ਰੀਜ਼ਨ ਕਰਕੇ ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ ਹੈ ਤਾਂ ਈਜ਼ੀ ਵੇ ਇਮੀਗ੍ਰੇਸ਼ਨ ਤੁਹਾਡੇ ਇੱਕ ਚਾਰਜਿਸ, ਚਾਹੇ ਆਫਰ ਲੈਟਰ ਦੇ ਐਪਲੀਕੇਸ਼ਨ ਚਾਰਜਿਸ ਹੋਣ, ਚਾਹੇ CAQ ਦੇ ਚਾਰਜਿਸ ਹੋਣ, ਜੇ ਆਪਾਂ ਕਿਊਬਿਕ ਕੀਤਾ, ਜੇ ਆਪਾਂ US ਕੀਤਾ ਸਰਵਿਸ ਐਂਡ ਐਪਲੀਕੇਸ਼ਨ ਅਦਰ ਚਾਰਜਿਸ ਉਹ ਹੋਣ, ਈਵਨ ਕਿ ਤੁਹਾਡੀ ਅੰਬੈਸੀ ਫੀਸ ਜੋ ਤੁਸੀਂ ਪੇ ਕੀਤੀ ਹੈ। ਬਾਇਓਮੈਟ੍ਰਿਕ ਦੀ ਮੈਂ ਗੱਲ ਨਹੀਂ ਕਰਾਂਗਾ, ਕੈਨੇਡਾ ਵਾਸਤੇ $85 ਹੈਗਾ, ਨੋ ਡਾਊਟ ਵੱਡੀ ਰਕਮ ਹੈਗੀ $85 ਵੀ, ਬਟ ਦੈਟ ਇਜ਼ ਵੈਲਿਡ ਫॉर 10 years। ਸੋ ਬਾਇਓਮੈਟ੍ਰਿਕ ਚਾਰਜ ਨੂੰ ਛੱਡ ਕੇ ਤੁਹਾਡੇ ਸਾਰੇ ਪੈਸੇ ਈਵਨ ਕਿ ਅੰਬੈਸੀ ਫੀ ਵੀ ਈਜ਼ੀ ਵੇ ਇਮੀਗ੍ਰੇਸ਼ਨ ਵੱਲੋਂ ਵਾਪਿਸ ਕੀਤੀ ਜਾਏਗੀ। ਅੱਛਾ ਜੀ। ਤੇ ਇੰਨਾ ਵੱਡੀ ਮਤਲਬ ਇਹ ਗੱਲ ਮੈਂ ਸ਼ਾਇਦ ਅੱਜ ਤੱਕ ਕਿਸੇ ਕੰਸਲਟੈਂਟ ਤੋਂ ਨਹੀਂ ਸੁਣੀ ਹੋਏਗੀ। ਮਤਲਬ ਤੁਸੀਂ ਇਹ ਚੀਜ਼ ਕਿਵੇਂ ਇਹ ਚੀਜ਼ ਪੋਸੀਬਲ ਹੈ ਕਿ ਤੁਸੀਂ ਇੰਨੀ ਤਰ੍ਹਾਂ ਦੇ ਜੋ ਫੀਸ ਜੋ ਹੈ ਕਹਿ ਰਹੇ ਹੋ ਕਿ ਤੁਸੀਂ ਰਿਫੰਡ ਕਰ ਸਕੋਗੇ, ਇਹ ਕਿਸ ਤਰ੍ਹਾਂ ਪੋਸੀਬਲ ਹੈ? ਕਿਉਂਕਿ ਕਈ ਵਾਰੀ ਮੈਂ ਤੇ ਟੋਕਣਾ ਚਾਹੂੰਗੀ, ਕਿਉਂਕਿ ਕਈ ਵਾਰੀ ਹੁੰਦਾ ਕਿ ਔਨ ਕੈਮਰਾ ਲੋਕ ਕਈ ਚੀਜ਼ਾਂ ਬੋਲ ਦਿੰਦੇ ਨੇ, ਲੇਕਿਨ ਜਦੋਂ ਪੇਰੈਂਟਸ ਜਾਂ ਸਟੂਡੈਂਟਸ ਟੇਬਲ 'ਤੇ ਬੈਠ ਕੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਗੱਲਾਂ ਕੁਝ ਹੋਰ ਹੋ ਜਾਂਦੀਆਂ। ਤਾਂ ਆਪਾਂ ਇਸ ਨੂੰ ਕਿੰਨਾ ਕੁ ਜੈਨੂਇਨ ਮੰਨ ਸਕੀਏ ਕਿ ਤੁਸੀਂ ਜੋ ਗੱਲ ਕਹੀ ਹੈ ਆਪਾਂ ਕਿੰਨੀ ਕੁ ਪੋਸੀਬਲ ਅਸੀਂ ਮੰਨ ਸਕਦੇ ਹਾਂ? ਜ਼ਰੂਰ ਚਾਹੂੰਗੀ ਕਿ ਜਿਹੜੇ ਦਰਸ਼ਕ ਸਾਡੇ ਸ਼ੋਅ ਵੇਖ ਰਹੇ ਹੈ ਉਹ ਇਸ ਗੱਲ ਦੀ ਪੋਸੀਬਿਲਿਟੀ ਨੂੰ ਯਕੀਨੀ ਬਣਾਉਣ ਦੇ ਲਈ ਵੀ ਜਾਣ ਸਕਣ ਕਿ ਤੁਸੀਂ ਕਿਵੇਂ ਪ੍ਰੋਸੈਸ ਕਰਦੇ ਹੋ, ਕਿ ਰਿਫੰਡ ਕਿਵੇਂ ਹੋ ਸਕਦਾ ਹੈ ਨਾ। ਜੀ ਹਰਜੋਤ ਜੀ, ਬਿਲਕੁਲ ਇਹਨੂੰ ਮੈਂ ਓਵਰ ਕੌਨਫੀਡੈਂਸ ਨਹੀਂ ਕਹਾਂਗਾ, ਸੈਲਫ ਕੌਨਫੀਡੈਂਸ ਕਹਾਂਗਾ। ਮੈਂ ਪਹਿਲਾਂ ਹੀ ਕਿਹਾ ਕਿ ਜੋ ਵੀ ਬੱਚਾ ਈਜ਼ੀ ਵੇ ਇਮੀਗ੍ਰੇਸ਼ਨ ਦੇ ਥਰੂ ਫਾਈਲ ਲਗਾਏਗਾ 100% ਗਾਰੰਟੀ ਕੋਈ ਵੀ ਕੰਸਲਟੈਂਟ ਵੀਜ਼ਾ ਦੀ ਨਹੀਂ ਦੇ ਸਕਦਾ, ਨਾ ਮੈਂ ਦੇਵਾਂਗਾ 100% ਗਾਰੰਟੀ ਕਿ ਤੁਹਾਡਾ ਵੀਜ਼ਾ ਲੱਗੂਗਾ। ਮੈਂ ਇਸ ਚੀਜ਼ ਦੀ ਗਾਰੰਟੀ ਦੇ ਸਕਦਾ ਕਿ ਮੈਂ ਆਪਣੇ 100% ਐਫਰਟਸ ਲਗਾਊਂਗਾ ਕਿ ਤੁਹਾਡਾ ਵੀਜ਼ਾ ਆਏ ਹੀ ਆਏ ਜੀ। ਸੈਕਿੰਡ ਥਿੰਗ, ਬੱਚਾ ਕਿੱਥੇ ਵਾਸਤੇ ਐਲੀਜੀਬਲ ਹੈਗਾ, ਕਿਹੜੇ ਕੋਰਸ 'ਚ ਪਾਉਣਾ, ਕਿਹੜੇ ਕਾਲਜ 'ਚ ਪਾਉਣਾ, ਉਹ ਚੋਇਸ ਸਾਡੀ ਹੋਏਗੀ। ਇੱਦਾਂ ਨਾ ਹੋਵੇ ਬੱਚਾ ਉਸ ਵਾਸਤੇ ਐਲੀਜੀਬਲ ਨਹੀਂ ਹੈਗਾ, ਜੇਕਰ ਉਹ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਜਾਣਾ ਇੱਥੇ, ਟੋਰੰਟੋ ਵਾਸਤੇ ਨਹੀਂ ਹੈਗਾ ਪਬਲਿਕ ਕਾਲਜ ਵਾਸਤੇ, ਮੈਂ ਜਾਣਾ ਹੀ ਇੱਥੇ ਹੈਗਾ, ਤਾਂ ਆਪਾਂ ਕਿੱਦਾਂ ਅੰਬੈਸੀ ਫੀਸ ਵਾਪਸ ਕਰ ਸਕਦੇ ਹਾਂ? ਜੇ ਬੱਚਾ ਆਪਣੀ ਪ੍ਰੋਫਾਈਲ ਨੂੰ ਲੈ ਕੇ ਸਾਡੇ ਕੋਲ ਆਉਂਦਾ ਹੈ, ਸਾਡੇ ਅਕੋਰਡਿੰਗਲੀ ਆਪਣੀ ਫਾਈਲ ਨੂੰ ਪ੍ਰੈਜ਼ੈਂਟ ਕਰਦਾ ਹੈ, ਠੀਕ ਹੈ, ਇਨ ਦੈਟ ਕੇਸ
ਜੇਕਰ ਉਹਦਾ ਰਿਫਿਊਜ਼ਲ ਆਉਂਦਾ ਹੈ, ਬਹੁਤ ਵੱਡੀ ਗੱਲ ਹੈ, ਮੈਂ ਮੰਨਣਾ, ਇੱਕ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੇ ਟੀਵੀ ਚੈਨਲ ਦੇ ਉੱਤੇ ਬਹਿ ਕੇ ਕਹਿਣਾ ਸ਼ਾਇਦ ਕਾਫੀ ਬੱਚੇ ਡਾਊਟ ਵੀ ਕਰਨਗੇ, ਬਟ ਯੈਸ ਇਟਸ ਮਾਈ ਪ੍ਰੋਮਿਸ, ਆਪਾਂ ਤੁਹਾਡੇ ਨਾਲ ਐਗਰੀਮੈਂਟ ਵੀ ਕਰਾਂਗੇ। ਜੇਕਰ ਤੁਹਾਡੀ ਪ੍ਰੋਫਾਈਲ ਸਾਡੇ ਕੇ ਤੇ ਸਾਡੇ ICCRC ਲਾਇਰ ਜਾਂ ਮਾਰਾ ਲਾਇਰ ਅਦਰ ਇਮੀਗ੍ਰੇਸ਼ਨ ਲਾਇਰ ਦੇ ਕੇ ਦੇ ਅਕੋਰਡਿੰਗਲੀ ਰੈਡੀ ਕੀਤੀ ਜਾਂਦੀ ਹੈ ਐਮਬੈਸੀ ਵਾਸਤੇ, ਉੱਦਾਂ ਪ੍ਰੈਜ਼ੈਂਟ ਹੁੰਦੀ ਹੈ, ਔਰ ਜੇਕਰ 1% ਤੁਹਾਡਾ ਵੀਜ਼ਾ ਨਹੀਂ ਆਉਂਦਾ ਹੈ, then we will refund your all of the charges which includes application charges, offer letter $150 ਹੈ, $200 ਹੈ, $50, $250 ਜੋ ਵੀ ਹੈਗਾ। ਅੰਬੈਸੀ ਫੀ ਆਪਣੀ ਜਿੰਨੀ ਹੈਗੀ ਹੈ ਬਾਇਓਮੈਟ੍ਰਿਕ ਨੂੰ ਛੱਡ ਕੇ ਆਪਾਂ ਤੁਹਾਡੀ ਸਾਰੀ ਰਿਫੰਡ ਕਰਾਂਗੇ ਜੀ। ਯਾਨੀ ਐਪਲੀਕੇਸ਼ਨ ਫੀਸ, ਅੰਬੈਸੀ ਫੀਸ, ਇਹ ਸਾਰੀ ਤੁਹਾਨੂੰ ਰਿਫੰਡ ਕੀਤੀ ਜਾਏਗੀ ਇਨ ਕੇਸ 1% ਅਗਰ ਤੁਹਾਡਾ ਵੀਜ਼ਾ ਨਹੀਂ ਲੱਗ ਪਾਉਂਦਾ ਕਿਸੇ ਵਜ੍ਹਾ ਨਾਲ। ਲੇਕਿਨ ਉਹਦੇ ਪਿੱਛੇ ਵੀ ਜ਼ਰੂਰੀ ਹੈ ਕਿ ਅਗਰ ਤੁਸੀਂ ਆਪਣੀ ਚੁਆਇਸ ਨਹੀਂ ਥੋਪਦੇ ਹੋ, ਕਿ ਇਹ ਨਹੀਂ ਕਿ ਵੀ ਮੇਰੇ ਫਲਾਣਾ ਉੱਥੇ ਗਿਆ ਹੋਇਆ ਤਾਂ ਮੈਂ ਵੀ ਉਸ ਕੰਟਰੀ 'ਚ ਉਸ ਜਗ੍ਹਾ ਵਿੱਚ ਜਾਂ ਉਸੇ ਕਾਲਜ ਸੇਮ 'ਚ ਐਡਮਿਸ਼ਨ ਲੈਣੀ ਹੈ, ਉਵੇਂ ਨਹੀਂ। ਜਿਵੇਂ ਈਜ਼ੀ ਵੇ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰਦੇ ਨੇ, ਤੁਸੀਂ ਉਸ ਹਿਸਾਬ ਨਾਲ ਆਪਣਾ ਪ੍ਰੋਸੈਸ ਕਰਦੇ ਹੋ, ਉੱਥੇ ਹੀ ਅਪਲਾਈ ਕਰਦੇ ਹੋ, ਤੇ ਫਿਰ ਵੀ ਇਨ ਕੇਸ 1% ਅਗਰ ਤੁਹਾਡਾ ਨਹੀਂ ਸਕਸੈਸਫੁਲੀ ਲੱਗ ਪਾਉਂਦਾ ਤਾਂ ਤੁਹਾਨੂੰ ਜੋ ਹੈ ਐਪਲੀਕੇਸ਼ਨ ਫੀਸ, ਅੰਬੈਸੀ ਫੀਸ ਔਰ ਆਲ ਚਾਰजेस ਜੋ ਹੈ ਤੁਹਾਡੇ ਰਿਫੰਡ ਕੀਤੇ ਜਾਣਗੇ। ਸੋ ਬਹੁਤ ਵੱਡੀ ਗੱਲ ਹੈ ਇਹ। ਜਿੰਨੇ ਵੀ ਸਾਡੇ ਦਰਸ਼ਕ ਇਹ ਪ੍ਰੋਗਰਾਮ ਵੇਖ ਰਹੇ ਨੇ, ਚਾਹੇ ਪੇਰੈਂਟਸ ਨੇ ਚਾਹੇ ਸਟੂਡੈਂਟਸ, ਕਿਉਂਕਿ ਪੇਰੈਂਟਸ ਦੇ ਕੰਸਰਨ ਵਿੱਚ ਜ਼ਿਆਦਾ ਇਹ ਗੱਲ ਹੁੰਦੀ ਹੈ, ਕਿਉਂਕਿ ਪੇਰੈਂਟਸ ਕਈ ਵਾਰ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਚੁੱਕੇ ਨੇ, ਕਈ ਵਾਰੀ ਕਈ ਥਾਂ ਤੇ ਅਪਲਾਈ ਕਰਾਉਂਦੇ ਆਪਣੇ ਬੱਚਿਆਂ ਦਾ, ਤੇ ਕਈ ਚਾਰजेस ਦੇ ਰੂਪ ਵਿੱਚ ਕਿੰਨਾ ਪੈਸਾ ਜੋ ਹੈ ਵੇਸਟ ਹੋ ਚੁੱਕਿਆ ਹੁੰਦਾ ਹੈ। ਸੋ ਇੱਥੇ ਤੁਸੀਂ ਇਹਨਾਂ ਗੱਲਾਂ ਨੂੰ ਲੈ ਕੇ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਸਕਦੇ ਹੋ। ਜੇਕਰ ਲਵਿਸ਼ ਮਹਾਜਨ ਜੀ ਅੱਜ ਜੋ ਹੈ ਔਨ ਏਅਰ ਇਹ ਗੱਲ ਬੋਲ ਰਹੇ ਨੇ, ਟੈਲੀਵਿਜ਼ਨ ਦੇ ਉੱਪਰ ਇਹ ਚੀਜ਼ ਬੋਲ ਰਹੇ ਨੇ, ਤਾਂ ਤੁਸੀਂ ਜ਼ਰੂਰ ਇੱਕ ਵਾਰੀ ਇਹਨਾਂ ਨਾਲ ਕੰਸਰਨ ਕਰ ਸਕਦੇ ਹੋ, ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਜੋ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਗੱਲ ਕਰ ਸਕਦੇ ਹੋ। ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ, ਉੱਥੇ ਵਿਜ਼ਿਟ ਵੀ ਕਰ ਸਕਦੇ ਹੋ ਤਾਂ ਕਿ ਡਿਟੇਲ ਦੇ ਵਿੱਚ ਤੁਸੀਂ ਸਾਰੀ ਜਾਣਕਾਰੀ ਜੋ ਹੈ ਲੈ ਸਕੋ। ਤੇ ਇੱਥੇ ਮੈਂ ਹੁਣ ਜ਼ਰੂਰ ਜਾਣਨਾ ਚਾਹੂੰਗੀ, ਲਾਈਕ ਤੁਸੀਂ ਕਈ ਟਾਈਮ ਤੋਂ, ਕਾਫੀ ਸਮੇਂ ਤੋਂ ਜੋ ਹੈ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ, ਤਾਂ ਕਿਹੜੀ ਚੀਜ਼ ਦੇ ਉੱਪਰ ਜੋ ਹੈ ਸਟੂਡੈਂਟਸ ਬਹੁਤ ਸਾਰੀ ਗਲਤੀ ਕਰ ਜਾਂਦੇ ਆ ਜਿਸ ਦੇ ਕਰਕੇ ਉਹਨਾਂ ਦੀ ਪ੍ਰੋਫਾਈਲ ਖਰਾਬ ਹੋ ਜਾਂਦੀ? ਇੱਕ ਰੀਜ਼ਨ ਤਾਂ ਇਹੀ ਹੋ ਗਿਆ, ਜਿਵੇਂ ਤੁਸੀਂ ਕਿਹਾ ਕਿ ਬਈ ਸਟੂਡੈਂਟ ਜੋ ਹੈ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਆਪਣੇ ਡਿਸੀਜ਼ਨ ਲੈ ਲੈਂਦੇ ਨੇ, ਜਿਸ ਕਰਕੇ ਉਹਨਾਂ ਦੀ ਪ੍ਰੋਫਾਈਲ ਜੋ ਹੈ ਖਰਾਬ ਹੋ ਜਾਂਦੀ ਹੈ। ਤਾਂ ਜ਼ਰੂਰ ਹੋਰ ਵੀ ਪੁਆਇੰਟਸ ਜਾਣਨਾ ਚਾਹੂੰਗੀ ਤਾਂ ਕਿ ਜਿੰਨੇ ਸਟੂਡੈਂਟ ਸਾਡੇ ਸ਼ੋਅ ਵੇਖ ਰਹੇ ਨੇ ਉਹ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਤਿਆਰ ਕਰ ਸਕਣ ਆਪਣੀ ਫਾਈਲ ਪ੍ਰੋਸੈਸ ਕਰਵਾਉਣ ਲਈ। ਜੀ ਬਿਲਕੁਲ, ਦੇਖੋ ਪਹਿਲਾ ਤਾਂ ਰੀਜ਼ਨ ਆਪਾਂ ਡਿਸਕਸ ਕਰ ਹੀ ਲਿਆ ਕਿ ਜਦੋਂ ਬੱਚਾ ਆਪਣੀ ਮਰਜ਼ੀ ਥੋਪਦਾ ਹੈ। ਦੂਜਾ ਰੀਜ਼ਨ ਇੱਕ ਆ ਜਾਂਦਾ ਹੈ ਕਿ ਬੱਚਾ ਜਲਦਬਾਜ਼ੀ ਬਹੁਤ ਕਰਦਾ ਹੈ ਕਿ ਅੱਜ ਮੈਂ ਡਾਕੂਮੈਂਟਸ ਦਿੱਤੇ ਹੈ ਫਾਈਲ ਰੈਡੀ ਹੋਣ ਵਾਸਤੇ ਤੇ ਮੇਰੀ ਛੇਤੀ ਤੋਂ ਛੇਤੀ ਫਾਈਲ ਲਗਾਓ। ਸਾਨੂੰ ਵੀ ਇੱਕ ਟਾਈਮ ਚਾਹੀਦਾ ਹੁੰਦਾ, ਸਾਡੇ ਲਾਇਰਸ ਨੂੰ ਵੀ ਟਾਈਮ ਚਾਹੀਦਾ ਹੁੰਦਾ ਇੱਕ ਫਾਈਲ ਰੈਡੀ ਕਰਨ ਨੂੰ। ਓਬਵੀਅਸਲੀ ਸਾਰੀ ਡਾਕੂਮੈਂਟੇਸ਼ਨ ਦੇ ਅਕੋਰਡਿੰਗ ਤੁਹਾਡੀ ਮੇਨ ਚੀਜ਼ SOP ਵੀ ਬਣਨੀ ਹੈ, ਉਹਦੇ ਵਾਸਤੇ ਬਹੁਤ ਟਾਈਮ ਚਾਹੀਦਾ ਹੁੰਦਾ ਸਾਨੂੰ, ਐਟਲੀਸਟ ਹਫਤਾ 10 ਦਿਨ ਦਾ ਟਾਈਮ ਤਾਂ ਲੱਗ ਹੀ ਜਾਂਦਾ ਹੈ। ਸੋ ਬੱਚੇ ਉਹਦੇ ਵਿੱਚ ਵੀ ਕਈ ਵਾਰ ਜਲਦੀ ਕਰ ਦਿੰਦੇ ਆ ਕਿ ਨਹੀਂ ਛੇਤੀ ਲਗਾਓ। ਸੈਕਿੰਡ, ਜਦੋਂ ਫਾਈਲ ਸਬਮਿਟ ਹੋ ਜਾਂਦੀ ਹੈ ਉਦੋਂ ਵੀ ਕਹਿੰਦੇ ਆ ਕਿ ਰਿਜ਼ਲਟ ਕਿਉਂ ਨਹੀਂ ਆ ਰਿਹਾ, ਇਹ ਜਿੰਨਾ ਵਰਕਿੰਗ ਡੇ ਇੱਕ ਹਾਈ ਕਮਿਸ਼ਨ ਮੰਗਦਾ ਉਹਨਾਂ ਨੂੰ ਚਿਰ ਵੇਟ ਕਰਨਾ ਚਾਹੀਦਾ। ਜੋ ਸਭ ਤੋਂ ਵੱਡੀ ਗੱਲ ਮੈਂ ਇਹਦੇ ਵਿੱਚ ਕਹਾਂਗਾ, ਤੁਸੀਂ ਕਿਸੇ ਵੀ ਕੰਸਲਟੈਂਟ ਦੇ ਥਰੂ ਅਪਲਾਈ ਕਰਦੇ ਹੋ, ਜਦੋਂ ਵੀ ਉੱਥੇ ਟਰਸਟ ਦੀ ਗੱਲ ਆ ਜਾਂਦੀ ਹੈ। ਜਦੋਂ ਤੁਸੀਂ ਕੰਸਲਟੈਂਟ ਦੇ ਥਰੂ ਅਪਲਾਈ ਕਰ ਰਹੇ ਹੋ ਤੇ ਆਪਣਾ ਯਕੀਨ ਬਣਾ ਕੇ ਰੱਖੋ, 4 ਬੰਦਿਆਂ ਨਾਲ ਗੱਲ ਕਰੋ। ਯਸ, ਬਹੁਤ ਜ਼ਰੂਰੀ ਹੈ 4 ਬੰਦਿਆਂ ਦੀ ਸਲਾਹ ਲੈਣਾ, ਹੋ ਸਕਦਾ ਤੁਹਾਨੂੰ ਕੋਈ ਕਮੀ ਪੇਸ਼ੀ ਪਤਾ ਲੱਗ ਜਾਵੇ, ਲੇਕਿਨ ਜਦੋਂ ਆਪਾਂ ਇੱਕ ਕੰਸਲਟੈਂਟ ਦੇ ਥਰੂ ਅਪਲਾਈ ਕਰ ਲਿਆ ਫਿਰ ਉਸ ਕੰਸਲਟੈਂਟ ਦੀ ਵੀ ਤੁਸੀਂ ਜ਼ਰੂਰ ਸੁਣੋ। ਜਲਦਬਾਜ਼ੀ ਵਿੱਚ ਕੋਈ ਇੱਦਾਂ ਦਾ ਡਿਸੀਜਨ ਨਾ ਲਵੋ ਕਿ ਤੁਹਾਡੀ ਫਾਈਲ ਦੇ ਵਿੱਚ ਪ੍ਰੋਫਾਈਲ ਦੇ ਵਿੱਚ ਕੁਝ ਵੀਕਨੈਸ ਰਹਿ ਜਾਵੇ। ਇੱਕ ਕੰਸਲਟੈਂਟ ਨੂੰ ਵੀ ਟਾਈਮ ਚਾਹੀਦਾ ਹੁੰਦਾ ਕਿ ਜੋ ਆਪਾਂ ਫਾਈਲ ਰੈਡੀ ਕੀਤੀ ਹੈ, ਜਦੋਂ ਹਾਈ ਕਮਿਸ਼ਨ ਕੋਲ ਪ੍ਰੈਜ਼ੈਂਟ ਕਰਨੀ ਹੈ, ਕੁਛ ਨਾ ਕੁਛ ਉਹਦੇ ਵਿੱਚ ਆਪਾਂ ਕੋਈ ਕਮੀ ਨਾ ਛੱਡੀਏ, ਤਾਂ ਉਹਦੇ ਵਾਸਤੇ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਤੇ ਇੱਕ ਸਵਾਲ ਜਾਂਦੇ ਹੋਰ ਕਰਨਾ ਚਾਹੂੰਗੀ, ਹਾਲਾਂਕਿ ਮੈਂ ਪਹਿਲਾਂ ਵੀ ਇਸ ਉੱਪਰ ਗੱਲ ਕਰ ਚੁੱਕੀ ਹਾਂ, ਲੇਕਿਨ ਜਿਹੜੇ ਸਟੂਡੈਂਟਸ ਨੇ +2 ਵਾਲੇ ਐਗਜ਼ਾਮ ਨਹੀਂ ਹੋਏ ਨੇ, ਰਿਜ਼ਲਟ ਨਹੀਂ ਆ ਰਿਹਾ, ਉਹਨਾਂ ਨੂੰ ਆਪਣੇ ਆਪ ਨੂੰ ਹੁਣ ਕਿਵੇਂ ਆਉਣ ਵਾਲੇ ਟਾਈਮ ਲਈ ਪ੍ਰੀਪੇਅਰ ਕਰਨਾ ਚਾਹੀਦਾ ਆਪਣੇ ਆਪ ਨੂੰ, ਤਾਂ ਕਿ ਅੱਗੋਂ ਜੋ ਹੈ ਜਦੋਂ ਵੀ ਫਾਈਲ ਲਗਾਉਣ ਤਾਂ ਲੇਟ ਨਾ ਹੋਣ, ਕਦੀ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਏ। ਹੁਣ ਉਹ ਕੀ ਐਡਵਾਂਸ ਆਪਣੇ ਆਪ ਨੂੰ ਤਿਆਰੀ ਵਿੱਚ ਰੱਖਣ? ਐਡਵਾਂਸ ਦੇ ਵਿੱਚ ਆਪਣਾ ਤੁਸੀਂ ਕਾ ਧਿਆਨ ਦੇ ਸਕਦੇ ਹੋ ਕਿ ਆਪਾਂ ਐਗਜ਼ਾਮ ਕਿੱਦਾਂ ਦੇ ਹੋਇਆ, ਕਿੰਨੇ ਕੁ ਮਾਰਕਸ ਆ ਸਕਦੇ। ਸੈਕਿੰਡ, ਫੋਕਸ ਔਨ ਆਇਲਸ। ਇਸ ਟਾਈਮ ਜਦੋਂ ਅੱਜ ਰਿਜ਼ਲਟ ਲੇਟ ਹੋ ਰਿਹਾ ਜਾਂ ਫਿਰ ਆਪਣਾ ਐਗਜ਼ਾਮ ਥੋੜ੍ਹੇ ਲੇਟ ਹੋ ਰਿਹਾ, ਜੇ ਤੁਹਾਡੇ ਕੋਲ ਸਮਾਂ ਹੈਗਾ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿਓ ਆਇਲਸ ਵਾਸਤੇ ਸਾਈਡ ਬਾਈ ਸਾਈਡ। ਪੂਰਾ ਦਿਨ ਦੇਣ ਦੀ ਲੋੜ ਨਹੀਂ ਹੈਗੀ ਹੈ, ਜਸਟ 1 ਜਾਂ ਅੱਧਾ ਘੰਟਾ 2 ਘੰਟੇ ਤੁਸੀਂ ਆਇਲਸ ਦੇ ਵੱਲ, ਇੰਗਲਿਸ਼ ਵੱਲ ਜ਼ਰੂਰ ਦਿਓ, ਤਾਂ ਕਿ ਕੈਨੇਡਾ ਵਾਸਤੇ ਤੁਸੀਂ ਆਇਲਸ ਕਰੈਕ ਕਰ ਸਕੋ, ਜਾਂ US ਤੁਸੀਂ ਵਿਦਆਊਟ ਆਇਲਸ ਅਪਲਾਈ ਕਰਨਾ ਤਾਂ ਥੋੜ੍ਹੀ ਬਹੁਤ ਤੁਸੀਂ ਇੰਟਰਵਿਊ ਦੀ ਪ੍ਰੈਪਰੇਸ਼ਨ ਆਪੇ ਹੀ ਕਰ ਸਕੋ। ਆਹ ਚੀਜ਼ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਸੋ ਵੀ ਹੋਪ ਕਿ ਤੁਹਾਨੂੰ ਅੱਜ ਦੀ ਇਸ ਗੱਲਬਾਤ ਤੋਂ, ਅੱਜ ਦੇ ਇਸ ਪ੍ਰੋਗਰਾਮ ਤੋਂ ਕਾਫੀ ਨਵੀਆਂ ਗੱਲਾਂ ਜ਼ਰੂਰ ਸੁਣਨ ਨੂੰ ਔਰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਸੋ ਤੁਸੀਂ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦਿਓ ਤਾਂ ਕਿ ਤੁਸੀਂ ਸਿਕਿਉਰਲੀ ਜੋ ਹੈ ਔਰ ਜੈਨੂਇਨ ਵੇ ਦੇ ਨਾਲ ਆਪਣੇ ਜਿਸ ਵੀ ਕੰਟਰੀ ਵਿੱਚ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਉੱਥੇ ਲਈ ਅਪਲਾਈ ਕਰ ਸਕੋ ਤੇ ਸਕਸੈਸ
ਸਕਸੈਸਫੁਲੀ ਪਹਿਲੀ ਵਾਰ 'ਚ ਹੀ ਤੁਹਾਡਾ ਵੀਜ਼ਾ ਆ ਜਾਏ। ਅਸੀਂ ਇਹੀ ਹਮੇਸ਼ਾ ਉਮੀਦ ਕਰਦੇ ਹਾਂ, ਇਸੇ ਲਈ ਅਸੀਂ ਅਵੇਅਰਨੈਸ ਸ਼ੋਅ ਵੀ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਤੱਕ ਹਰ ਸਹੀ ਗੱਲ, ਹਰ ਸਹੀ ਸਲਾਹ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਤੇ ਲਵਿਸ਼ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਔਰ ਕਾਫੀ ਨਵੀਆਂ ਔਰ ਅੱਛੀਆਂ ਗੱਲਾਂ ਸਟੂਡੈਂਟਸ ਨੂੰ ਤੁਸੀਂ ਦੱਸੀਆਂ, ਪੇਰੈਂਟਸ ਤੱਕ ਵੀ ਪਹੁੰਚਾਈਆਂ, ਕਿਉਂਕਿ ਪੇਰੈਂਟਸ ਵੀ ਬਹੁਤ ਜ਼ਿਆਦਾ ਚਿੰਤਿਤ ਹੁੰਦੇ ਨੇ। ਤੇ ਜਿਹੜਾ ਇੱਕ ਨਵੀਂ ਪੁਆਇੰਟ ਤੁਸੀਂ ਦੱਸਿਆ ਕਿ ਅਗਰ ਇਨ ਕੇਸ 1% ਅਸੀਂ ਕਹਿੰਦੇ ਸਕਸੈਸਫੁਲੀ ਹਰ ਵੀਜ਼ਾ ਲੱਗੇ, ਔਰ ਇਨ ਕੇਸ 1% ਨਹੀਂ ਅਗਰ ਵੀਜ਼ਾ ਲੱਗ ਪਾਉਂਦਾ ਤਾਂ ਜੋ ਵੀ ਫੀਸ ਹੈ ਉਹ ਰਿਫੰਡ ਕਰ ਦਿੱਤੀ ਜਾਂਦੀ ਹੈ ਈਜ਼ੀ ਵੇ ਇਮੀਗ੍ਰੇਸ਼ਨ ਵੱਲੋਂ। ਤੇ ਤੁਸੀਂ ਜ਼ਰੂਰ ਇੱਕ ਵਾਰ ਫਿਰ ਜਾਂਦੇ ਜਾਂਦੇ ਕਹੂੰਗੀ ਜੀ ਕਿ ਜੋ ਸਕਰੀਨ ਤੇ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਇਹਨਾਂ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰ ਲਓ। ਅਗਰ ਵਿਜ਼ਿਟ ਕਰ ਸਕਦੇ ਹੋ ਤਾਂ ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ, ਉੱਥੇ ਆ ਕੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ, ਵਿਜ਼ਿਟ ਕਰੋ ਤੇ ਆਪਣੀ ਫਾਈਲ ਅਸੈਸ ਕਰਕੇ ਪਤਾ ਕਰਵਾਓ ਕਿ ਤੁਸੀਂ ਕਿੱਥੇ ਵਧੀਆ ਤਰੀਕੇ ਨਾਲ ਆਪਣਾ ਫਿਊਚਰ ਸਿਕਿਉਰ ਕਰ ਸਕਦੇ ਹੋ। ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਸ਼ੋਅ ਦਾ ਹਿੱਸਾ ਬਣਨ ਲਈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।